श्री वाहेगुरु साहिब जी। डंडाउत बंदन अनक बार, सर्ब कला समरथ। डोलन ते राखो प्रभु, नानक दे कर हथ। मैं मूर्ख की केतक बात है, कोट पराधी तरियारे। गुर नानक जिन सुनिया पेखिया, से फिर गर्भास ना परियारे। मूक उचरह शास्त्र खट, पिंग गिरन चढ़ जाहे। अंध लखै बदरो सुनह, जाओ काल कृपा कराए। कहा बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लेहो तुम कथा सुधारी। तुम्हारी शरण तुम्हारी आसा, तुम ही सज्जन सोहेले। राखहु राखन हार दयाला, नानक कर के बुले। सतनाम श्री वाहिगुरु साहिब जी। सलोक महला दूजा। चाकर लगै चाकरी, नाले गर्भवाद। गल्ला करे कनेरिया, खसम ना पाए साध। चाकर लगै चाकरी, नाले गर्भवाद। सतगुਰਾਂ ਦੀ ਸਾਜੀ ਨਿਵਾਜੀ ਹੋਈ। ਸਤਿਗੁਰਾਂ ਦੀ ਅਤ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਸ਼ਬਦਾ ਅਵਤਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਬੈਠੇ ਹਾਂ। ਕੁਲ ਕਾਇਨਾਤ ਦੇ ਵਾਲੀ, ਕੁਲ ਕਾਇਨਾਤ ਦੇ ਸਿਰਜਣਹਾਰ, ਕੁਲ ਕਾਇਨਾਤ ਨੂੰ ਪਾਲਣ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ ਹਨ। बड़ी कृपा मेहरामत है, दर्शन परसिया गुरु कै, जन्म मरण दुख जाए। ऐसे दीन दयाल सतगुਰਾਂ ਦੇ ਦਰਸ਼ਨ ਕਰਨ ਦੇ ਕਰਕੇ ਸੰਸਾਰ ਆਵਾਗਮਨ ਦਾ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਂਦਾ। ਆਓ ਸਮਾਂ ਸੀਮਤ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰੀ ਵਾਹਿਗੁਰੂ ਦੀ ਵਡਿਆਈ ਦੇ ਨਾਲ ਜੁੜੀਏ। ਜੋ ਲੜੀਵਾਰ ਸ੍ਰੀ ਆਸਾ ਜੀ ਕੀ ਵਾਰ ਕੀ ਗੁਰਬਾਣੀ ਦੀ ਕਥਾ ਪ੍ਰਾਰੰਭ ਹੈ, ਪ੍ਰੇਮ ਪਿਆਰ ਦੇ ਵਿੱਚ ਭਿੱਜ ਕੇ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਆਖੇ
ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪ੍ਰਮਾਤਮਾ ਜੀ ਦੀ ਦੂਸਰੀ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਗੁਰੂ ਨਾਨਕ ਦੀ ਕਾਇਆ ਪਲਟ ਗਈ, ਕਾਇਆ ਹੋ ਗਈ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਜੋਤ ਗੁਰੂ ਨਾਨਕ ਦੀ ਦੂਸਰੇ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ श्री आसा जी की वार के अंदर 22वें श्लोक के अंदर पावन उपदेश बख्शिश करते हैं। चाकर लगे चाकरी नाले गर्भवाद। सतगुरु जी नौकरां चाकरां दा दृष्टांत दिंदे ने, क्योंकि किसी चीज़ नूं समझाउण दे वास्ते उदाहरण की लोड़ पैंदी। इस प्रकार ही सतगुरु जी फरमान करते ने, जिवें किसी मालक दे कोल कोई नौकर नौकरी करता हो, नौकरी करन दे नाल नाल गर्भवाद रखे, अपने हिरदे दे अंदर आपदे मन दे अंदर हंकार रखे ते मालक दे नाल ही झगड़ा करी जाए। ਜਿਹਦੇ ਕੋਲ ਨੌਕਰੀ ਕਰਦਾ, ਜਿਹੜਾ ਇਹਨੂੰ ਤਨਖਾਹ ਦਿੰਦਾ ਹੈ, ਰਹਿਣ ਨੂੰ ਥਾਂ ਦਿੱਤੀ ਹੈ, ਪਰ ਜੇ ਉਹ ਨੌਕਰ ਇੰਨਾ ਕੁਝ ਨਾ ਸਮਝੇ, ਉਸ ਮਾਲਕ ਦੇ ਜਿਹੜੇ ਅਹਿਸਾਨ ਨੇ ਉਹਨਾਂ ਨੂੰ ਨਾ ਸਮਝੇ, ਆਪਦੇ ਹਿਰਦੇ ਦੇ ਅੰਦਰ ਮਨ ਵਿੱਚ ਗੁਮਾਨ ਰੱਖੇ, ਗਰਭ ਰੱਖੇ ਤੇ ਮਾਲਕ ਨਾਲ ਹਮੇਸ਼ਾ ਹੀ ਝਗੜਾ ਕਰੇ। ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਧ। ਤੇ ਬੜੀਆਂ ਜ਼ਿਆਦੀਆਂ ਗੱਲਾਂ ਕਰਦਾ ਹੋਵੇ, ਆਵਾ ਤਾਵਾ ਬੋਲਦਾ ਹੋਵੇ, ਮਾਲਕ ਨੂੰ ਕਦੀ ਸਿੱਧੇ ਮੂੰਹ ਨਾ ਬੁਲਾਉਂਦਾ ਹੋਵੇ, ਸਤਿਗੁਰੂ ਜੀ ਕਹਿੰਦੇ ਖਸਮ ਨਾ ਪਾਏ ਸਾਧ। ਫਿਰ ਖਸਮ ਦਾ ਸਵਾਦ ਨਹੀਂ ਪਾ ਸਕਦਾ। ਜਿਹੜੀ ਖਸਮ ਨੇ ਇੱਜ਼ਤ ਦੇਣੀ ਸੀ, ਜਦੋਂ ਮਾਲਕ ਨੇ ਖੁਸ਼ ਹੋ ਕੇ ਉਹਨੂੰ ਥਾਪੜਾ ਦੇਣਾ ਸੀ, ਉਹ ਖਸਮ ਦਾ ਫਿਰ ਸ਼ਾਬਾਸ਼ ਮਿਲਦੀ ਨਹੀਂ ਉਹਨੂੰ। ਜਿਹੜਾ ਨੌਕਰ ਹੈ, ਜੇ ਆਪਦੇ ਹੰਕਾਰ ਦੇ ਵਿੱਚ ਹੈ ਤੇ ਮਾਲਕ ਨਾਲ ਵੀ ਲੜਦਾ, ਬੜੀਆਂ ਜ਼ਿਆਦੀਆਂ ਗੱਲਾਂ ਕਰਦਾ, ਸਤਿਗੁਰੂ ਜੀ ਕਹਿੰਦੇ ਉਹ ਖਸਮ ਦੀ ਵਡਿਆਈ ਰੂਪ ਜਿਹੜਾ ਸਵਾਦ ਹੈ ਉਹਨੂੰ ਪਾ ਨਹੀਂ ਸਕਦਾ। ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਨ। ਜੇ ਉਹ ਨੌਕਰ ਆਪਦਾ ਆਪਾ ਗਵਾ ਦੇ ਕਿ ਮੈਂ ਤੇ ਕੁਝ ਨਹੀਂ, ਇਹਨਾਂ ਨੇ ਤੇ ਮੈਨੂੰ ਗਰੀਬੜਿਆਂ ਜਿਹਾਂ ਨੂੰ ਸਾਂਭ ਲਿਆ, ਮੈਨੂੰ ਕਿੰਨੇ ਸਾਂਭਣਾ ਸੀ, ਇੰਨੀ ਸੋਹਣੀ ਤਨਖਾਹ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਜੇ ਨੌਕਰ ਆਪਦਾ ਆਪਾ ਭਾਵ ਗਵਾ ਦੇ ਤੇ ਉਹ ਮਾਲਕ ਦੀ ਸੇਵਾ ਕਰੇ ਤਾਂ ਕਿਛ ਪਾਏ ਮਾਨ। ਫਿਰ ਮਹਾਰਾਜ ਸਾਹਿਬ ਕਹਿੰਦੇ ਕੁਝ ਮਾਣ ਪ੍ਰਾਪਤ ਹੋਵੇ, ਫਿਰ ਮਾਲਕ ਵੀ ਖੁਸ਼ ਹੋਵੇਗਾ ਤੇ ਫਿਰ ਉਹਨੂੰ ਵੀ ਵਡਿਆਈ ਮਿਲੇਗੀ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੂ ਪਰਵਾਨ। ਸਤਿਗੁਰੂ ਨਾਨਕ ਨਾਮ ਦੀ ਮੋਹਰ ਲਾ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਕੰਮ ਵਾਸਤੇ ਨੌਕਰ ਲੱਗਾ, ਜਦੋਂ ਉਹ ਕੰਮ ਹੀ ਪ੍ਰਵਾਨ ਹੋ ਗਿਆ, ਫਿਰ ਮਾਲਕ ਵੀ ਖੁਸ਼ ਹੁੰਦਾ ਹੈ ਤੇ ਮਾਲਕ ਦੀ ਖੁਸ਼ੀ ਫਿਰ ਨੌਕਰ 'ਤੇ ਵਰਸਦੀ ਹੈ। ਇਸੇ ਪ੍ਰਕਾਰ ਹੀ ਦੁਬਾਰਾ ਫਿਰ ਪੜੋ। ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ। ਜਿਵੇਂ ਚਾਕਰ ਦਾ ਨੌਕਰ ਦਾ ਦ੍ਰਿਸ਼ਟਾਂਤ ਦਿੱਤਾ,
ਇਸੇ ਪ੍ਰਕਾਰ ਹੀ ਸਤਿਗੁਰਾਂ ਦਾ ਕਹਿਣ ਦਾ ਭਾਵ ਹੈ ਕਿ ਗੁਰਸਿੱਖਾਂ ਨੂੰ ਕਿ ਜਿਹੜੇ ਖਸਮ ਵਾਹਿਗੁਰੂ ਦੀ ਚਾਕਰੀ ਕਰਦੇ ਨੇ, ਨੌਕਰੀ ਕਰਦੇ ਨੇ, ਜਿਹੜੇ ਗੁਰੂ ਨਾਨਕ ਦੇ ਸਿੱਖ ਨੇ, ਅਸੀਂ ਸਾਰੇ ਸਿੱਖ ਬੈਠੇ ਸੰਗਤ ਜੀ, ਜਿਹੜੇ ਗੁਰੂ ਨਾਨਕ ਦੇ ਸਿੱਖ ਹਨ, ਮਹਾਰਾਜ ਸਾਹਿਬ ਕਹਿੰਦੇ ਜੇ ਉਹ ਸੇਵਾ ਕਰਦੇ ਨੇ ਗੁਰੂ ਘਰ ਆ ਕੇ, ਗੁਰੂ ਦੀ ਵਡਿਆਈ ਗਾਉਂਦੇ ਨੇ, ਫਿਰ ਹਿਰਦੇ ਵਿੱਚ ਕਦੀ ਹੰਕਾਰ ਨਾ ਰੱਖਣ, ਕਦੀ ਕਿਸੇ ਦੇ ਨਾਲ ਝਗੜਾ ਨਾ ਕਰਨ, ਇਹ ਸੋਚਣ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋੜਾ, ਕਿ ਮੇਰਾ ਸੱਜਣ ਜਿਹੜਾ ਸੁਆਮੀ ਹੈ, ਮਾਲਕ ਹੈ, ਉਹ ਵੀ ਮਿੱਠੇ ਬੋਲਾਂ ਵਾਲਾ ਹੈ ਅਤੇ ਮੈਂ ਵੀ ਮਿੱਠੇ ਬੋਲ ਬੋਲਣੇ, ਕਿਸੇ ਨੂੰ ਕੌੜਾ ਬੋਲ ਨਹੀਂ ਬੋਲਣਾ। ਆਪਦੇ ਹਿਰਦੇ ਦੇ ਅੰਦਰ ਕਦੀ ਹੰਕਾਰ ਨਹੀਂ ਰੱਖਣਾ। ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਧ। ਪਰ ਜੇ ਉਹ ਸੇਵਾਦਾਰ ਗੁਰੂ ਘਰ ਦੇ ਵਿੱਚ ਰਹਿ ਕੇ ਆਪਦੇ ਹਿਰਦੇ ਦੇ ਅੰਦਰ ਹੰਕਾਰ ਵੀ ਰੱਖੇ, ਹਰੇਕ ਨਾਲ ਝਗੜਾ ਵੀ ਕਰਦਾ ਹੋਵੇ, ਗੱਲਾਂ ਕਰੇ ਕਨੇਰੀਆਂ, ਬੜੀਆਂ ਜ਼ਿਆਦੀਆਂ ਗੱਲਾਂ ਕਰਦਾ ਹੋਵੇ ਗੁਰੂ ਕੇ ਸਿੱਖਾਂ ਨੂੰ, ਫਿਰ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਖਸਮ ਨਾ ਪਾਏ ਸਾਧ। ਅਕਾਲ ਪੁਰਖ ਦੀ ਵਡਿਆਈ ਰੂਪ ਜਿਹੜਾ ਸਵਾਦ ਉਹਨੂੰ ਆ ਨਹੀਂ ਸਕਦਾ ਕਦੇ। ਜਿੰਨੀ ਮਰਜ਼ੀ ਗੁਰਬਾਣੀ ਪੜ੍ਹ ਲਿਓ, ਕਈ ਵਾਰੀ ਐਸਾ ਹੁੰਦਾ ਗੁਰਸਿੱਖ ਕਹਿੰਦੇ ਗੁਰਬਾਣੀ ਦਾ ਰਸ ਕਿਉਂ ਨਹੀਂ ਆਇਆ? ਇਹ ਸੰਗਤ ਜੀ ਰਸ ਤਾਂ ਨਹੀਂ ਆਉਂਦਾ। ਇੱਥੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਸਮਝਾ ਹੀ ਦਿੱਤਾ ਕਿ ਗੁਰਸਿੱਖੋ ਰਸ ਤਾਂ ਨਹੀਂ ਆਉਂਦਾ ਕਿਉਂਕਿ ਹਿਰਦੇ ਦੇ ਅੰਦਰ ਹੰਕਾਰ ਹੈ। ਜਦੋਂ ਸਾਰਿਆਂ ਦੇ ਨਾਲ ਲੜਨਾ, ਹੰਕਾਰ ਰੱਖਣਾ ਕਿ ਮੈਂ ਉੱਚਾ, ਮੈਂ ਸੇਵਾ ਕਰਦਾ ਗੁਰੂ ਘਰ ਆਣ ਕੇ, ਮੈਂ ਦਸਵੰਧ ਦੀ ਮਾਇਆ ਕੱਢਦਾ, ਪਰ ਮਹਾਰਾਜ ਸਾਹਿਬ ਕਹਿੰਦੇ ਜਦੋਂ ਇਹ ਚੀਜ਼ਾਂ ਆਪਦੇ ਹਿਰਦੇ 'ਚ ਰੱਖਣੀਆਂ, ਬੜੀਆਂ ਜ਼ਿਆਦੀਆਂ ਗੱਲਾਂ ਕਰਨੀਆਂ, ਆਵਾ ਤਾਵਾ ਬੋਲੀ ਜਾਣਾ, ਝਖਣਾ ਹੀ ਵੱਢੀ ਜਾਣੀ ਗੱਲਾਂ ਦੀ, ਮਹਾਰਾਜ ਸਾਹਿਬ ਕਹਿੰਦੇ ਫਿਰ ਖਸਮ ਦੀ ਵਡਿਆਈ ਦਾ ਜਿਹੜਾ ਸਵਾਦ ਉਹ ਜੀਵ ਨੂੰ ਕਦੀ ਆ ਨਹੀਂ ਸਕਦਾ। ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਨ। ਪਰ ਜੇ ਜੀਵ ਆਪਾ ਭਾਗ ਗਵਾ ਦੇ, ਸਮਝੇ ਕਿ ਜੋ ਕੁਛ ਹੈ ਸੋ ਤੇਰਾ, ਵਾਹਿਗੁਰੂ ਜੀ ਜੋ ਕੁਝ ਆਪ ਜੀ ਨੇ ਦਿੱਤਾ ਉਹ ਸਾਰਾ ਕੁਝ ਆਪ ਜੀ ਦਾ ਹੀ ਹੈ। ਜਿੰਨੀ ਵਡਿਆਈ ਹੈ ਮਹਾਰਾਜ ਸਾਹਿਬ ਜੀ ਆਪ ਜੀ ਦੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਸਤਿਗੁਰੂ ਜੀ ਮੇਰਾ ਤੇ ਮੇਰੇ ਵਿੱਚ ਕੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜੇ ਗੁਰਸਿੱਖ ਸਮਝ ਲੈਣਾ ਕਿ ਮੇਰੇ ਵਿੱਚ ਮੇਰਾ ਕੁਝ ਨਹੀਂ, ਫਿਰ ਆਪਾ ਭਾਵ ਗਵਾ ਕੇ ਗੁਰਸਿੱਖਾਂ ਦੀ, ਗੁਰੂ ਦੀ ਸੇਵਾ ਕਰੇ, ਟਹਿਲ ਕਰੇ, ਕਮਾਈ ਕਰੇ ਤਾਂ ਕਿਛ ਪਾਏ ਮਾਨ। ਫਿਰ ਇਸ ਲੋਕ ਦੇ ਵਿੱਚ ਕੀ, ਫਿਰ ਤੇ ਸੰਗਤ ਜੀ ਪਰਲੋਕ ਦੇ ਵਿੱਚ ਵੀ ਵਡਿਆਈ ਮਿਲਦੀ, ਬੜਾ ਜ਼ਿਆਦਾ ਮਾਣ ਪ੍ਰਾਪਤ ਹੁੰਦਾ ਹੈ। ਜੇ ਆਪਦੇ ਅੰਦਰ ਹੰਕਾਰ ਨਾ ਰੱਖੇ, ਨਾ ਕਿਸੇ ਨਾਲ ਝਗੜਾ ਕਰੇ ਗੁਰੂ ਘਰ ਆਣ ਕੇ, ਅਤੇ ਗੱਲਾਂ ਵੀ ਨਾ ਕਿਸੇ ਨਾਲ ਬਹੁਤੀਆਂ ਕਰੇ, ਫਿਰ ਮਹਾਰਾਜ ਸਾਹਿਬ ਕਹਿੰਦੇ ਜਦੋਂ ਆਪਾ ਭਾਵ ਹੀ ਜੀਵ ਨੇ ਗਵਾਤਾ, ਸੇਵਾ ਕਰਨ ਲੱਗ ਪਿਆ ਸੱਚੇ ਮਨ ਦੇ ਨਾਲ, ਫਿਰ ਕੁਝ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਨਾਨਕ ਨਾਮ ਦੀ ਮੋਹਰ ਲਾ ਕੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਹੜੇ ਕੰਮ ਵਾਸਤੇ ਜੀਵ ਲੱਗਾ ਹੈ, ਕਿਹੜਾ ਕੰਮ ਹੈ? ਦਰਸ਼ਨ ਪਿਆਸੀ ਦਿਨਸ ਰਾਤ, ਚਿਤ ਪਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ। ਜਿੰਨੇ ਸੰਗਤ ਜੀ ਆਪਾਂ ਤੜਫਦੇ ਹਾਂ ਨਾ ਸਾਰੇ ਕਲਯੁਗੀ ਜੀਵ, ਇਹ ਪਿਆਸ ਲੱਗੀ ਹੈ ਦਰਸ਼ਨਾਂ ਦੀ। ਜਦੋਂ ਮਹਾਰਾਜ ਸਾਹਿਬ ਕਹਿੰਦੇ ਦਰਸ਼ਨਾਂ ਦੀ ਪਿਆਸ ਬੁਝ ਗਈ, ਸਤਿਗੁਰੂ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ ਦੇ ਪ੍ਰਤੱਖ ਹੀ ਦਰਸ਼ਨ ਹੋ ਗਏ, ਫਿਰ ਜਿਹੜੀ ਉਹ ਲਿਵ ਲੱਗੀ ਸੀ ਸੇਵਾ ਵਾਲੀ, ਪ੍ਰੇਮਾ ਭਗਤੀ ਵਾਲੀ, ਉਹ ਸਤਿਗੁਰੂ ਜੀ ਕਹਿੰਦੇ ਫਿਰ ਪ੍ਰਵਾਨ ਹੋ ਜਾਂਦੀ। ਜਦੋਂ ਹੌਲੀ ਹੌਲੀ ਸੇਵਾ ਕਰੀ ਜਾਵਾਂਗੇ, ਰੋਜ਼ ਗੁਰੂ ਘਰ ਆਵਾਂਗੇ, ਕੁਝ ਸਮਾਂ ਬਵਾਂਗੇ, ਗੁਰਸਿੱਖਾਂ ਨੂੰ ਪਿਆਰ ਦੇ ਨਾਲ ਬੋਲਾਂਗੇ, ਮਨ ਦੇ ਵਿੱਚ ਹੰਕਾਰ ਨਾ ਰੱਖਾਂਗੇ, ਫਿਰ ਕਿਸੇ ਦਿਨ ਗੁਰੂ ਨਾਨਕ ਦੇਵ ਜੀ ਪ੍ਰਤੱਖ ਦਰਸ਼ਨ ਦੇ ਦਿੰਦੇ। 4 ਪ੍ਰਕਾਰ ਦੇ ਦਰਸ਼ਨ ਮੰਨੇ ਹਨ। ਇੱਕ ਹੁੰਦਾ ਚਿੱਤਰ ਦਰਸ਼ਨ, ਜਿਹੜਾ ਆਪਾਂ ਫੋਟੋਆਂ 'ਤੇ ਵੇਖਦੇ ਹਾਂ।
ਦੂਸਰਾ ਦਰਸ਼ਨ ਮੰਨਿਆ ਜਾਂਦਾ ਹੈ ਸੁਪਨ ਦਰਸ਼ਨ। ਜਿਵੇਂ ਸੁਪਨੇ ਵਿੱਚ ਕਿਸੇ ਦਾ ਦਰਸ਼ਨ ਹੋ ਜਾਣਾ, ਸੁਪਨੇ 'ਚ ਕਿਸੇ ਨੂੰ ਵੇਖ ਲੈਣਾ, ਭਾਵੇਂ ਉਹ 10 ਸਾਲ ਪਹਿਲੋਂ ਮਰਿਆ ਹੋਵੇ, ਪਰ ਉਹ ਜੀਵ ਸੁਪਨੇ ਦੇ ਵਿੱਚ ਆ ਜੇ, ਉਹਨੂੰ ਸੁਪਨ ਦਰਸ਼ਨ ਕਹਿੰਦੇ ਨੇ। ਜਾਂ ਸਤਿਗੁਰਾਂ ਦੇ ਦਰਸ਼ਨ ਹੋ ਜਾਣੇ, ਸ਼ਹੀਦ ਸਿੰਘਾਂ ਦੇ ਦਰਸ਼ਨ ਹੋ ਜਾਣੇ, ਇਹ ਸੁਪਨ ਦਰਸ਼ਨ। ਉਦੋਂ ਗਾਂਹ ਆਉਂਦਾ ਹੈ ਸਰਵਣ ਦਰਸ਼ਨ, ਕੰਨਾਂ ਦੇ ਨਾਲ ਗੁਰਬਾਣੀ ਸੁਣਨੀ। ਜਦੋਂ ਸਤਿਗੁਰੂ ਜੀ ਕਿਰਪਾ ਮਿਹਰਾਮਤ ਕਰਦੇ ਨੇ, ਫਿਰ ਚੌਥਾ ਦਰਸ਼ਨ ਹੈ ਪ੍ਰਤੱਖ ਦਰਸ਼ਨ, ਕਿ ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਜੀ ਨੂੰ ਧੰਨ ਗੁਰੂ ਨਾਨਕ ਸਰੂਪ ਦੇ ਪ੍ਰਤੱਖ ਹੀ ਦਰਸ਼ਨ ਹੋ ਗਏ ਸੀ। ਪ੍ਰਤੱਖ ਹੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ ਸੀ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਸਾਹਮਣੇ। ਇਹ 4 ਪ੍ਰਕਾਰ ਦੇ ਸੰਗਤੀ ਦਰਸ਼ਨ ਹਨ। ਜਿਹੜੀ ਸਾਡੀ ਵੀ ਵੇਦਨਾ ਹੈ ਕਿ ਮਹਾਰਾਜ ਸਾਹਿਬ ਜੀ ਸਾਨੂੰ ਵੀ ਦਰਸ਼ਨ ਦੇ ਦੇਣ। ਜਦੋਂ ਜੀਵ ਲੱਗਾ ਹੀ ਰਵੇ ਉਹਦੇ ਕੰਮ ਵੱਲ, ਦਿਨ ਰਾਤ ਵਾਹਿਗੁਰੂ ਨੂੰ ਅਰਾਧੀ ਜਾਵੇ, ਦਰਸ਼ਨਾਂ ਦੀ ਪਿਆਸ ਰੱਖੇ, ਫਿਰ ਮਹਾਰਾਜ ਸਾਹਿਬ ਕਹਿੰਦੇ ਜਦੋਂ ਗੁਰੂ ਨਾਨਕ ਦੇ ਦਰਸ਼ਨ ਹੋ ਗਏ, ਉਹ ਜਿਹੜੀ ਘਾਲ ਕਮਾਈ ਸੀ, ਗੁਰਸਿੱਖਾਂ ਦੀ ਟਹਿਲ ਸੀ, ਸੇਵਾ ਭਾਉ ਭਗਤੀ ਸੀ, ਉਹ ਸਾਰੀ ਪ੍ਰਵਾਨ ਹੋ ਜਾਂਦੀ ਹੈ। ਮਹੱਲਾ ਦੂਜਾ। ਜੋ ਜੀਏ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਸਤਿਗੁਰੂ ਜੀ ਕਹਿੰਦੇ ਜਿਹੜਾ ਜੀਵ ਦੇ ਹਿਰਦੇ ਦੇ ਅੰਦਰ ਹੋਵੇ ਨਾ, ਉਹ ਫਿਰ ਮੂੰਹ ਦਾ ਵਾਓ ਕਹੀਏ ਕਿ ਹੰਕਾਰ ਦਾ ਵਾਕ ਬਣ ਜਾਂਦਾ। ਜਿਹੜੀ ਗੱਲ ਹਿਰਦੇ ਦੇ ਅੰਦਰ ਭਜੇ ਨਾ, ਅੰਦਰੋਂ ਵਾਲੇ ਮਾਰੀ ਜਾਵੇ, ਸਤਿਗੁਰੂ ਜੀ ਕਹਿੰਦੇ ਜਦੋਂ ਫਿਰ ਉਹ ਅੰਦਰੋਂ ਨਿਕਲਦੀ ਨਾ, ਉਹ ਮੋਹ ਕਾ ਕਹਿਆ ਵਾਓ, ਫਿਰ ਤੇ ਹੰਕਾਰ ਦਾ ਵਾਕ ਬਣ ਕੇ ਨਿਕਲਦੀ ਹੈ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਆਮ ਤੌਰ ਤੇ ਮਨਮੁਖਾਂ ਦਾ ਸੁਭਾਅ ਹੈ ਬੀਜੇ ਬਿਖ, ਬੀਜੇ ਹੁਣ ਕੌੜੇ ਤੁੰਮੇ, ਤੇ ਉਹਨਾਂ ਨੂੰ ਬੀਜ ਕੇ ਆਖੇ ਮੈਨੂੰ ਅਮਰ ਫਲ ਦੀ ਪ੍ਰਾਪਤੀ ਹੋ ਜਾਵੇ। ਇੱਥੇ ਬੜਾ ਅੰਮ੍ਰਿਤ ਰਸ ਵਾਲਾ ਇੱਕ ਫਲ ਪੈਦਾ ਹੋ ਜਾਵੇ, ਫਿਰ ਸੰਗਤ ਜੀ ਨਹੀਂ ਕਦੀ ਪੈਦਾ ਹੋ ਸਕਦਾ। ਜੇ ਅੰਮ੍ਰਿਤ ਫਲ ਲਾਵਾਂਗੇ ਤੇ ਫਿਰ ਹੀ ਅੰਮ੍ਰਿਤ ਫਲ ਉੱਗੇਗਾ। ਬੀਜੇ ਦੇ ਕੌੜੇ ਤੁੰਮੇ ਨੇ, ਫਿਰ ਤੇ ਤੁੰਮੇ ਹੀ ਉੱਗਣਗੇ। ਇਸ ਕਰਕੇ ਬੀਜੇ ਬਿਖ ਮੰਗਹਿ ਅੰਮ੍ਰਿਤ, ਵੇਖੋ ਇਹੋ ਨਿਆਓ। ਸਤਿਗੁਰੂ ਜੀ ਕਹਿੰਦੇ ਇਹ ਨਿਆਂ ਕਿੱਥੋਂ ਦਾ ਹੈ ਕਿ ਬੀਜਣੀ ਹੋਰ ਚੀਜ਼ ਤੇ ਫਲ ਰੱਖਣਾ ਕਿ ਮੈਨੂੰ ਹੋਰ ਚੀਜ਼ ਮਿਲੇ, ਫਲ ਹੋਰ ਕਿਸੇ ਚੀਜ਼ ਦੀ ਇੱਛਾ ਦਾ ਰੱਖਣਾ। ਜੇ ਜ਼ਹਿਰ ਬੀਜਾਂਗੇ ਫਿਰ ਸੰਗਤ ਜੀ ਜ਼ਹਿਰ ਹੀ ਉੱਗੇਗਾ, ਜੇ ਅੰਮ੍ਰਿਤ ਬੀਜਾਂਗੇ ਤੇ ਅੰਮ੍ਰਿਤ ਹੀ ਉੱਗੇਗਾ। ਇਹ ਸਤਿਗੁਰੂ ਕਹਿੰਦੇ ਨਿਆਂ ਕਿੱਥੋਂ ਦਾ ਹੈ। ਜੇ ਗੁਰਸਿੱਖ ਪਾਪ ਕਰਦਾ ਹੈ ਫਿਰ ਉਹ ਗੁਰਸਿੱਖ ਕਾਹਦਾ ਰਹਿ ਜਾਂਦਾ ਭਾਈ। ਫਿਰ ਤੇ ਹੰਕਾਰੀ ਵਿਕਾਰੀ ਹੋ ਗਿਆ ਨਾ, ਮਨਮੁਖੀ ਹੋ ਗਿਆ, ਤੇ ਫਿਰ ਉਹਨੂੰ ਹੰਕਾਰ ਦੀ ਜਿਹੜੀ ਫਸਲ ਮਿਲੇਗੀ ਗਾਂ, ਫਲ ਵੀ ਹੰਕਾਰੀ ਲੱਗਣਗੇ, ਪਾਪਾਂ ਵਾਲੇ ਗਾਂ ਫਲ ਲੱਗਣਗੇ, ਫਲ ਵੀ ਪਾਪ ਦਾ ਪ੍ਰਾਪਤ ਹੋਵੇ। ਜੇ ਕਿਤੇ ਉਹਨੇ ਗੁਰਬਾਣੀ ਦਾ ਬੀਜ ਬੀਜਿਆ ਹੁੰਦਾ, ਵੱਤਰ ਬੀਜਣ ਨਾਓ, ਫਿਰ ਸਤਿਗੁਰੂ ਜੀ ਕਹਿੰਦੇ ਫਿਰ ਤੇ ਅੰਮ੍ਰਿਤ ਰਸ ਲੱਗਣਾ ਸੀ ਗਾਂ ਦੀ ਗਾਂ, ਫਿਰ ਗੁਰਸਿੱਖ ਨੂੰ ਹੋਰ ਪ੍ਰਾਪਤੀ ਹੋ ਜਾਣੀ ਸੀ, ਹੋਰ ਹੋ ਜਾਣੀ ਸੀ। ਪਰ ਆਮ ਤੌਰ ਤੇ ਕਲਯੁਗੀ ਜੀਵਾਂ ਦਾ ਸੁਭਾਅ ਹੈ ਬੀਜਦੇ ਜ਼ਹਿਰ ਨੇ ਤੇ ਮੰਗਦੇ ਅੰਮ੍ਰਿਤ ਨੇ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਇਹ ਨਿਆਓ ਕਿੱਥੋਂ ਦਾ ਹੈ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਕਦੇ ਨਾ ਆਵੈ ਰਾਸ। ਸਤਿਗੁਰੂ ਜੀ ਦੂਸਰੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਕਿ ਨਾਲ ਇਆਣੇ ਦੋਸਤੀ। ਇਆਣਾ ਕਹਿੰਦੇ ਨੇ ਬੱਚੇ ਨੂੰ, ਤੇ ਇੱਕ ਇਆਣਾ ਕਹਿੰਦੇ ਨੇ ਅਗਿਆਨੀ ਨੂੰ, ਜਿਹਨੂੰ ਗਿਆਨ ਨਾ ਹੋਵੇ ਅਜੇ, ਕਿਉਂਕਿ ਕਈ ਬੱਚਿਆਂ ਨੂੰ ਵੀ ਬਹੁਤ ਗਿਆਨ ਹੁੰਦਾ। ਇਸ ਕਰਕੇ ਇਹ ਦੋ ਸ਼ਬਦ ਲਏ ਜਾਂਦੇ ਨੇ ਅਰਥ, ਕਿ ਇੱਕ ਤੇ ਬੱਚੇ ਨੂੰ ਕਿਹਾ ਜਾਂਦਾ ਹੈ ਤੇ ਇੱਕ ਅਗਿਆਨੀ ਨੂੰ ਕਿਹਾ ਜਾਂਦਾ, ਜਿਹਨੂੰ ਕਿਸੇ ਗੱਲ ਦਾ ਗਿਆਨ ਨਾ ਬਹੁਤਾ ਹੋਵੇ। ਮਹਾਰਾਜ ਸਾਹਿਬ ਕਹਿੰਦੇ ਨਾਲ ਇਆਣੇ ਦੋਸਤੀ, ਕਦੇ ਨਾ ਆਵੇ ਰਾਸ। ਇਆਣੇ ਨਾਲ ਬੱਚੇ ਨਾਲ ਦੋਸਤੀ ਤੇ ਅਗਿਆਨੀ ਨਾਲ ਦੋਸਤੀ,
ਇਹ ਕਦੀ ਰਾਸ ਨਹੀਂ ਆਉਂਦੀ। ਜਿਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸ। ਕਿਉਂਕਿ ਬੱਚਾ ਤੇ ਅਗਿਆਨੀ ਜਿੰਨਾ ਕੁ ਜਾਣਦੇ ਹੁੰਦੇ ਹਨ ਓਨੇ ਵਿੱਚ ਹੀ ਵਰਤਦੇ ਨੇ। ਉਦੋਂ ਗਾਂਹ ਨਹੀਂ ਬੱਚੇ ਨੂੰ ਕੁਝ ਪਤਾ, ਨਾ ਅਗਿਆਨੀ ਨੂੰ ਕੁਝ ਪਤਾ। ਜਿੰਨਾ ਕੁ ਉਹ ਜਾਣਦੇ ਨੇ ਓਨੇ ਦੇ ਵਿੱਚ ਹੀ ਵਰਤਦੇ ਨੇ। ਜਿਵੇਂ ਆਮ ਤੌਰ 'ਤੇ ਸੰਸਾਰੀ ਜੀਵ ਹੈ, ਜਿੰਨਾ ਕੁ ਜਾਣਦਾ ਹੈ, ਜੇ ਅਗਲੇ ਨੂੰ ਵੱਧ ਗਿਆਨ ਹੈ ਉਹਨੂੰ ਉਹਦਾ ਵੀ ਪਤਾ ਲੱਗ ਜਾਂਦਾ। ਪਰ ਅਗਿਆਨੀ ਨੂੰ ਤੇ ਬੱਚੇ ਨੂੰ ਜਿੰਨਾ ਕੁ ਗਿਆਨ ਹੋਵੇ ਓਨੀ ਕੀ ਸਮਝ ਆਉਂਦੀ, ਅਤੇ ਉਹੋ ਜਿਹਾ ਹੀ ਫਿਰ ਉਹ ਵਰਤਾਰਾ ਵਰਤਾਉਂਦਾ ਓਨਾ। ਵੇਖੋ ਕੋ ਨਿਰਜਾਸ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਕੰਮ ਹੀ ਬੇਰਸੇ। ਜੇ ਕਿਸੇ ਨੂੰ ਸ਼ੰਕਾ ਹੈ ਨਾ ਕਿ ਬੱਚੇ ਇਸ ਤਰ੍ਹਾਂ ਨਹੀਂ ਕਰਦੇ, ਅਗਿਆਨੀ ਪੁਰਸ਼ ਜਿਹੜੇ ਨਹੀਂ ਕਰਦੇ, ਸਤਿਗੁਰੂ ਦੀ ਗੁਰਬਾਣੀ ਦਾਅਵਾ ਕਰਦੀ ਹੈ, ਚੈਲੰਜ ਕਰਦੀ ਉਸ ਜੀਵ ਨੂੰ ਕਿ ਤੁਸੀਂ ਭਾਈ ਕਰਕੇ ਵੇਖ ਲਓ, ਉਹਦਾ ਸ਼ੰਕਾ ਨਿਵਰਤ ਕਰ ਲਓ ਕਿ ਜਿੰਨਾ ਕੁ ਬੱਚੇ ਨੂੰ ਗਿਆਨ ਹੈ ਉਹਨੇ ਗਿਆਨ ਦੇ ਵਿੱਚ ਹੀ ਵਰਤੇਗਾ। ਜਿੰਨਾ ਕੁ ਸਿਆਣੇ ਅਗਿਆਨੀ ਨੂੰ ਗਿਆਨ ਹੈ, ਜਿੰਨਾ ਕੁ ਉਹਨੂੰ ਪਤਾ ਓਨੇ ਦੇ ਵਿੱਚ ਹੀ ਵਰਤੇਗਾ ਉਹ। ਸਤਿਗੁਰੂ ਜੀ ਕਹਿੰਦੇ ਜੇ ਕਿਸੇ ਨੂੰ ਸ਼ੱਕ ਹੈ ਤੇ ਆਪਦਾ ਸ਼ੱਕ ਕੱਢ ਕੇ ਵੇਖ ਲਓ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਜਿਵੇਂ ਸਤਿਗੁਰੂ ਜੀ ਫਰਮਾਨ ਕਰਦੇ ਨੇ, ਵਸਤੂ ਅੰਦਰ ਵਸਤ ਸਮਾਵੈ। ਜਿਵੇਂ ਸੰਗਤ ਜੀ ਇੱਕ ਚੀਜ਼ ਦੇ ਅੰਦਰ ਇੱਕ ਭਾਂਡਾ ਹੋਵੇ, ਉਹਦੇ ਵਿੱਚ ਕੋਈ ਵਸਤੂ ਪਹਿਲੋਂ ਤੋਂ ਹੋਵੇ, ਫਿਰ ਉਹਦੇ ਵਿੱਚ ਹੋਰ ਵਸਤੂ ਨਹੀਂ ਪੈ ਸਕਦੀ। ਦੂਜੀ ਹੋਵੇ ਪਾਸ, ਜੇ ਦੂਸਰੀ ਵਸਤੂ ਪਾਸੇ ਹੋਵੇਗੀ ਫਿਰ ਹੀ ਅਗਲੀ ਦੂਸਰੀ ਵਸਤੂ ਪਵੇਗੀ। ਜਿਵੇਂ ਕੜਾਹੀ ਦੇ ਵਿੱਚ ਦੁੱਧ ਪਿਆ, ਲੱਸੀ ਮੰਨ ਲਓ ਕੜਾਹੀ ਦੇ ਵਿੱਚ ਲੱਸੀ ਹੈ, ਅਤੇ ਉਦੋਂ ਬਾਅਦ ਉਹਦੇ ਵਿੱਚ ਦੁੱਧ ਪਾਉਣਾ ਹੈ, ਪਰ ਦੁੱਧ ਪਾਉਣ ਵਾਸਤੇ ਪਹਿਲੋਂ ਲੱਸੀ ਨੂੰ ਕੱਢਣਾ ਪਵੇਗਾ, ਭਾਂਡਾ ਚੰਗੀ ਤਰ੍ਹਾਂ ਮਾਂਜਣਾ ਪਵੇਗਾ, ਸ਼ੁੱਧ ਕਰਨਾ ਪਵੇਗਾ। ਜੇ ਸ਼ੁੱਧ ਨਾ ਕੀਤਾ ਤਾਂ ਦੁੱਧ ਨੇ ਵੀ ਲੱਸੀ ਦਾ ਰੂਪ ਹੋ ਜਾਣਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਭਾਂਡਾ ਹੈ ਉਹਦੇ ਵਿੱਚ ਕੋਈ ਚੀਜ਼ ਪਾਉਣੀ ਹੈ, ਪਹਿਲਾਂ ਦੂਜੀ ਚੀਜ਼ ਨੂੰ ਕੱਢਣਾ ਪਵੇਗਾ। ਜਿਵੇਂ ਸੰਗਤ ਜੀ ਖਾਲੀ ਘੜਾ ਹੋਵੇ ਅਤੇ ਘੜੇ ਵਿੱਚ, ਖਾਲੀ ਘੜੇ ਵਿੱਚ ਹਵਾ ਭਰੀ ਹੁੰਦੀ, ਜਦੋਂ ਪਾਣੀ ਭੱਜਦਾ ਹਵਾ ਬਾਹਰ ਨਿਕਲ ਜਾਂਦੀ ਅਤੇ ਘੜਾ ਪਾਣੀ ਦੇ ਨਾਲ ਭਰਪੂਰ ਹੋ ਜਾਂਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਦ੍ਰਿਸ਼ਟਾਂਤ ਦੇ ਕੇ ਗੁਰਸਿੱਖਾਂ ਨੂੰ ਸਮਝਾਉਂਦੇ ਨੇ, ਗੁਰਸਿੱਖੋ ਜੇ ਆਪਦੇ ਸਰੀਰ ਰੂਪ ਭਾਂਡੇ ਦੇ ਅੰਦਰ ਤੁਸੀਂ ਨਾਮ ਰੱਖਣਾ ਨਾ, ਪਹਿਲੋਂ ਹੰਕਾਰ ਨੂੰ ਖਤਮ ਕਰੋ। ਜਿਹੜੀ ਸਾਡੇ ਸਰੀਰ ਦੇ ਅੰਦਰ ਹੰਕਾਰ ਦੀ ਹਵਾ ਭਰੀ ਹੈ ਉਹਨੂੰ ਕੱਢੋ, ਫਿਰ ਹੀ ਨਾਮ ਦਾ ਪਾਣੀ ਪਊਗਾ ਅਤੇ ਫਿਰ ਹੀ ਜੀਵਨ ਸ਼ੁੱਧ ਹੋਵੇਗਾ। ਇਹ ਸਤਿਗੁਰੂ ਜੀ ਗੁਰਸਿੱਖਾਂ ਨੂੰ ਸਮਝਾਉਂਦੇ ਨੇ, ਗੁਰਸਿੱਖੋ ਇਹ ਨਾ ਹੋਵੇ ਕਿ ਤੁਸੀਂ ਹੰਕਾਰ ਵਿਕਾਰ ਵੀ ਕਮਾਈ ਜਾਓ, ਪੰਜਾਂ ਵਿਕਾਰਾਂ ਨੂੰ ਵੀ ਨਾ ਛੱਡੋ ਅਤੇ ਗੁਰਬਾਣੀ ਵੀ ਪੜ੍ਹੀ ਜਾਓ। ਪਹਿਲੀ ਗੱਲ ਤਾਂ ਵਿਕਾਰੀ ਜੀਵ ਬਾਣੀ ਪੜ੍ਹਦਾ ਹੀ ਨਹੀਂ, ਜੇ ਕਿਤੇ ਲੋਕ ਵਿਖਾਵੇ ਵਾਸਤੇ ਪੜ੍ਹਨ ਵੀ ਲੱਗ ਪਏ, ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਇਹ ਕਿਰਿਆ ਜਿਹੜੀ ਸੱਚੀ ਨਹੀਂ। ਜੇ ਤੇ ਰੱਬ ਦੀ ਪ੍ਰਾਪਤੀ ਕਰਨੀ ਹੈ, ਅਗਿਆਨੀ ਪੁਣੇ ਨੂੰ ਛੱਡਣਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਪਹਿਲੋਂ ਆਪਦੇ ਸਰੀਰ ਰੂਪ ਘੜੇ ਦੇ ਵਿੱਚੋਂ ਹੰਕਾਰੀ ਵਿਕਾਰੀ ਬਿਰਤੀ ਨੂੰ ਖਤਮ ਕਰੋ, ਫਿਰ ਨਾਮ ਦਾ ਬੀਪੋ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਕਿਉਂਕਿ ਉਸ ਖਸਮ ਦੇ ਅੱਗੇ ਸੰਗਤ ਜੀ ਹੁਕਮ ਨਹੀਂ ਕਦੀ ਚੱਲ ਸਕਦਾ। ਜੇ ਕਵੇ ਨਾ ਕੋਈ ਨੌਕਰ ਕਵੇ ਕਿ ਮੈਂ ਆਪਦੇ ਖਸਮ ਦੇ ਅੱਗੇ ਹੁਕਮ ਚਲਾ ਲਾਂ, ਮਾਲਕ ਦੇ ਅੱਗੇ, ਇਹ ਸੰਗਤ ਜੀ ਕਦੀ ਨਹੀਂ ਹੋ ਸਕਦਾ। ਮਾਲਕ ਦੇ ਅੱਗੇ ਨੌਕਰ ਹੁਕਮ ਕਦੀ ਨਹੀਂ ਚਲਾ ਸਕਦਾ, ਨਾ ਕਦੀ ਇਸ ਪ੍ਰਕਾਰ ਹੋਇਆ ਹੀ। ਕਹੀ ਬਣੈ ਅਰਦਾਸ, ਮਾਲਕ ਦੇ ਅੱਗੇ ਦੇ ਸੰਗਤ ਜੀ ਅਰਦਾਸ ਕਰਨੀ ਬਣਦੀ ਹੈ। ਇਹ ਨਹੀਂ ਕਿ ਨੌਕਰ ਹੋਵੇ ਅਤੇ ਮਾਲਕ ਅੱਗੇ ਹੁਕਮ ਚਲਾਈ ਜਾਵੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਸਿੱਖ ਹਾਂ ਅਤੇ ਫਿਰ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੁਕਮ ਨਹੀਂ ਚਲਾ ਸਕਦੇ, ਅਸੀਂ ਤਾਂ ਇਹਨਾਂ ਅੱਗੇ ਅਰਦਾਸ ਹੀ ਕਰ ਸਕਦੇ।
ਇਹੋ ਹੀ ਕਹਿ ਸਕਦੇ ਹਾਂ, ਤੁਧ ਆਖੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਾਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਵਾਹਿਗੁਰੂ ਜੀ, ਆਪ ਜੀ ਦੇ ਚਰਨਾਂ ਪਾਸ ਸਾਡੀ ਅਰਦਾਸ ਹੈ, ਕਿਉਂਕਿ ਸਾਰਾ ਸਰੀਰ ਹੀ ਤੁਹਾਡਾ ਹੈ, ਸਾਡਾ ਤੇ ਕੋਈ ਨਾਮ ਵੀ ਨਹੀਂ ਜਾਣਦਾ। ਮਹਾਰਾਜ ਸਾਹਿਬ ਕਹਿੰਦੇ ਇਸ ਪ੍ਰਕਾਰ ਰੱਬ ਅੱਗੇ, ਆਪਦੇ ਮਾਲਕ ਅੱਗੇ ਅਰਦਾਸ ਹੋ ਸਕਦੀ ਹੈ, ਇਹ ਨਹੀਂ ਕਿ ਕੋਈ ਹੁਕਮ ਚਲਾ ਲਵੇ। ਅਰਦਾਸ ਦੀ ਵੀ ਸੰਗਤ ਦੀ ਬੜੀ ਜ਼ਿਆਦਾ ਮਹਾਨਤਾ ਹੈ ਖਾਲਸਾ ਪੰਥ ਦੇ ਅੰਦਰ। ਜੇ ਕਿਸੇ ਨੇ ਭਵ ਸਾਗਰ ਤੋਂ ਤਰਨਾ ਹੈ, ਗੁਰਸਿੱਖ ਦੇ ਕੋਲ ਸਭ ਤੋਂ ਵੱਡੀ ਸ਼ਕਤੀ ਹੈ ਅਰਦਾਸ। ਇਸ ਕਰਕੇ ਜਦੋਂ ਵੀ ਗੁਰਬਾਣੀ ਦਾ ਪਾਠ ਪੜ੍ਹਦੇ ਹੋ, ਅਰਦਾਸ ਜਿਹੜੀ ਇਹ ਜ਼ਰੂਰ ਕਰਿਆ ਕਰੋ। ਅਰਦਾਸ ਕਰਨੀ ਜ਼ਰੂਰੀ ਹੈ। ਗੁਰਸਿੱਖ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਪੜ੍ਹ ਕੇ ਅਰਦਾਸ ਕਰਦੇ ਨੇ, ਨਹੀਂ ਤੇ ਸੰਧਿਆ ਵੇਲੇ ਤੇ ਰਹਿਤਨਾਮਿਆਂ ਦੇ ਵਿੱਚ ਵੀ ਭਜਨ ਸਤਿਗੁਰਾਂ ਨੇ ਕੀਤਾ ਹੈ ਕਿ ਸੰਧਿਆ ਵੇਲੇ ਜੋ ਪੰਥ ਵੱਲੋਂ ਅਰਦਾਸ ਸੰਪੂਰਨ ਹੈ ਉਹ ਜ਼ਰੂਰ ਕਰਨੀ ਹੈ। ਜ਼ਰੂਰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ। ਇਹ ਤੇ ਆਮ ਤੌਰ 'ਤੇ ਅਰਦਾਸ ਸਾਰਿਆਂ ਨੂੰ ਆਉਂਦੀ, ਕੋਈ ਇਹ ਕਹਿ ਨਹੀਂ ਸਕਦਾ ਕਿ ਮੈਨੂੰ ਅਰਦਾਸ ਨਹੀਂ ਆਉਂਦੀ। ਅਤੇ ਅਰਦਾਸ ਵੀ ਸੰਗਤ ਜੀ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਮਰਿਆਦਾ ਦੱਸੀ ਹੈ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਇਹ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਵਿਧੀ ਦੱਸੀ ਹੈ ਕਿ ਖੜ੍ਹੇ ਹੋ ਕੇ ਅਰਦਾਸ ਕਰਨੀ, ਦੋ ਹੱਥ ਜੋੜ ਕੇ, ਦੋ ਪੈਰ ਜੋੜ ਕੇ, ਅੰਦਰੋਂ ਮਨ ਜੋੜ ਕੇ, ਫਿਰ ਸਿਰ ਨਵਾ ਕੇ ਅਰਦਾਸ ਸ਼ੁਰੂ ਕਰਨੀ ਕਿ ਮਹਾਰਾਜ ਸਾਹਿਬ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ। ਇਹ ਸੰਗਤ ਦੀ ਅਰਦਾਸ ਦੀ ਮਰਿਆਦਾ ਹੈ। ਇਸ ਕਰਕੇ ਖਸਮ ਦੇ ਅੱਗੇ, ਮਾਲਕ ਦੇ ਅੱਗੇ ਕਦੀ ਹੁਕਮ ਨਹੀਂ ਚੱਲਦੇ ਹੁੰਦੇ। ਮਾਲਕਾਂ ਦੇ ਅੱਗੇ ਤੇ ਅਰਦਾਸ ਹੀ ਹੁੰਦੀ ਹੈ। ਉਹਨਾਂ ਦੀ ਮਰਜ਼ੀ ਮਾਲਕਾਂ ਦੀ ਪ੍ਰਵਾਨ ਕਰਨੀ ਹੈ ਕਿ ਨਹੀਂ। ਕੂੜ ਕਮਾਣੈ ਕੂੜੋ ਹੋਵੈ, ਨਾਨਕ ਸਿਫਤ ਵਿਗਾਸ। ਜੇ ਤੇ ਕੂੜ ਕਮਾਵਾਂਗੇ, ਜੇ ਤੇ ਝੂਠ ਕਮਾਵਾਂਗੇ, ਫਿਰ ਤੇ ਕੂੜੋ ਹੋਵੈ, ਝੂਠ ਦਾ ਹੀ ਰੂਪ ਹੋਵਾਂਗੇ। ਜੇ ਸੰਗਤ ਜੀ ਕੋਈ ਝੂਠੀ ਗਵਾਹੀ ਦੇਵਾਂਗੇ, ਕਿਸੇ ਦੀ ਝੂਠ ਬੋਲਾਂਗੇ, ਤੇ ਫਿਰ ਸਾਰੇ ਸੰਸਾਰ ਦੇ ਉੱਤੇ ਥੂ ਥੂ ਹੋਵੇਗੀ ਜੀਵ ਦੀ, ਕੋਈ ਚੰਗਾ ਨਹੀਂ ਕਵੇਗਾ, ਸਾਰੇ ਪਾਸੇ ਲਾਹਨਤਾਂ ਦੇ ਥੁੱਕ ਪੈਣਗੇ। ਕਵੇਗਾ ਇਹ ਤੇ ਝੂਠਾ ਬੰਦਾ, ਇਹ ਤੇ ਗਵਾਹੀਆਂ ਝੂਠੀਆਂ ਦਿੰਦਾ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉਹਦਾ ਮੁਖੜਾ ਵੀ ਫਿਰ ਮੁਰਝਾਇਆ ਰਹਿੰਦਾ, ਕਦੀ ਖਿੜਿਆ ਨਹੀਂ ਰਹਿੰਦਾ। ਪਰ ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਫਿਰ ਮਹਾਰਾਜ ਸਾਹਿਬ ਜੀ ਨਾਨਕ ਨਾਮ ਦੀ ਮੋਹਰ ਲਾ ਕੇ ਫਰਮਾਉਂਦੇ ਨੇ, ਨਾਨਕ ਸਿਫਤ ਵਿਗਾਸ। ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਸਿਫਤ ਕੀਤੀ, ਬੰਦਗੀ ਭਜਨ ਕੀਤਾ, ਉਸ ਵਾਹਿਗੁਰੂ ਦਾ ਸੱਚ ਬੋਲਿਆ, ਇਹ ਸਮਝਿਆ ਗੁਰਬਾਣੀ ਦਾ ਵਾਕ ਹੈ। ਭਗਤ ਫਰੀਦ ਜੀ ਨੇ ਪ੍ਰਮਾਣ ਕੀਤਾ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਕਿ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਇਹ ਕਿ ਧਰਮ ਦੀ ਪੌੜੀ 'ਤੇ ਚੜ੍ਹ ਕੇ ਕਦੀ ਝੂਠ ਨਹੀਂ ਬੋਲਣਾ, ਸੱਚ ਦੇ ਪਹਿਰੇਦਾਰ ਬਣ ਕੇ ਰਹਿਣਾ ਹੈ। ਜੇ ਕੋਈ ਝੂਠ ਬੋਲਦਾ ਤੇ ਉਹਨੂੰ ਵੀ ਸਜ਼ਾ ਦੇਣੀ ਦਿਵਾਉਣੀ ਹੈ, ਤੇ ਆਪ ਵੀ ਝੂਠ ਨਹੀਂ ਬੋਲਣਾ ਕਦੀ। ਝੂਠ ਤੇ ਭਾਵੇਂ ਸੰਗਤ ਜੀ ਕੋਈ ਨਿੱਕਾ ਹੋਵੇ ਤੇ ਭਾਵੇਂ ਵੱਡਾ, ਝੂਠ ਤੇ ਝੂਠ ਹੀ ਰਹਿੰਦਾ ਹੈ। ਕਦੀ ਵੀ ਧਰਮ ਦੇ ਨਾਂ 'ਤੇ ਝੂਠ ਨਹੀਂ ਬੋਲਣਾ ਚਾਹੀਦਾ। ਇਸ ਕਰਕੇ ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਸੱਚ ਬੋਲਿਆ ਆਪਦੀ ਜ਼ਿੰਦਗੀ ਦੇ ਅੰਦਰ, ਉਹਨਾਂ ਦਾ ਜਿਹੜਾ ਚਿਹਰਾ ਹੈ ਅੰਦਰੋਂ ਤੇ ਬਾਹਰੋਂ, ਮਹਾਰਾਜ ਸਾਹਿਬ ਕਹਿੰਦੇ ਵਿਗਾਸ, ਉਹ ਖਿੜਿਆ ਹੀ ਰਹਿੰਦਾ ਹੈ। ਫਿਰ ਉਹਨਾਂ ਦੀ ਜਿਹੜੀ ਕੀਤੀ ਹੋਈ ਅਰਦਾਸ ਵੀ ਪ੍ਰਵਾਨ ਹੋ ਜਾਂਦੀ। ਸੰਸਾਰੀ ਲੋਕ ਗੁਰੂ ਕੇ ਗ੍ਰੰਥੀ ਸਿੰਘਾਂ ਕੋਲੋਂ, ਸੰਤਾਂ ਮਹਾਂਪੁਰਖਾਂ ਕੋਲੋਂ ਅਰਦਾਸਾਂ ਕਿਉਂ ਕਰਾਉਂਦੇ ਨੇ? ਕਿਉਂਕਿ ਉਹਨਾਂ ਦੇ ਜਿਹੜੇ ਮਸਤਕ ਨੇ ਉਹ ਖਿੜੇ ਨੇ। ਉਹਨਾਂ ਦਾ ਵਚਨ ਅਕਾਲ ਪੁਰਖ ਜੀ ਸਿਰ ਮੱਥੇ 'ਤੇ ਪ੍ਰਵਾਨ ਕਰਦੇ। ਉਹਨਾਂ ਦਾ ਕਿਹਾ ਇੱਕ ਇੱਕ ਬੋਲ ਪ੍ਰਵਾਨ ਹੁੰਦਾ। ਕਿਉਂ ਹੁੰਦਾ ਸੰਗਤ ਜੀ? ਕਿਉਂਕਿ ਉਹਨਾਂ ਨੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਆਪ ਜਪੈ ਅਵਰੈ ਨਾਮ ਜਪਾਵੈ। ਉਹਨਾਂ ਨੇ ਆਪ ਵੀ ਨਾਮ ਜਪਿਆ ਅਤੇ ਹੋਰਾਂ ਨੂੰ ਵੀ ਨਾਮ ਜਪਾਇਆ। ਇਸ ਕਰਕੇ ਉਹਨਾਂ ਦੀ ਅਰਦਾਸ ਵੀ ਪ੍ਰਵਾਨ ਹੋ ਜਾਂਦੀ ਹੈ। ਪਰ ਜੇ ਝੂਠ ਬੋਲਾਂਗੇ ਫਿਰ ਝੂਠ ਦਾ ਰੂਪ ਹੋ ਜਾਵਾਂਗੇ, ਜੇ ਸੱਚ ਬੋਲਾਂਗੇ
ਤੇ ਸੱਚ ਦੇ ਵਿੱਚ ਸਮਾ ਜਾਵਾਂਗੇ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ ਵਡਾਰੂ ਸਿਓ ਨੇਹੋ। ਇੱਕ ਤੇ ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ, ਜੇ ਕਿਸੇ ਨੇ ਇਆਣੇ ਦੇ ਨਾਲ ਅਗਿਆਨੀ ਦੇ ਨਾਲ ਦੋਸਤੀ ਪਾਈ ਹੋਵੇ, ਜਿਹਨੂੰ ਗਿਆਨ ਨਾ ਹੋਵੇ, ਇੱਕ ਮਹਾਰਾਜ ਸਾਹਿਬ ਕਹਿੰਦੇ ਵਡਾਰੂ ਸਿਓ ਨੇ। ਵਡਾਰੂ ਇਸਤਰੀ ਨੂੰ ਵੀ ਕਹਿ ਦਿੰਦੇ ਨੇ, ਰਜਵਾੜਿਆਂ ਨੂੰ ਵੀ ਕਹਿ ਦਿੰਦੇ ਨੇ, ਤੇ ਭੂਤਾਂ ਪ੍ਰੇਤਾਂ ਨੂੰ ਵੀ ਕਹਿ ਦਿੰਦੇ ਨੇ। ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਮੋਹ ਪਾਇਆ ਨਾ, ਇਸਤਰੀ ਦੇ ਨਾਲ ਮੋਹ ਪਾਇਆ, ਵੱਡੇ ਰਜਵਾੜਿਆਂ ਦੇ ਨਾਲ ਮੋਹ ਪਾਇਆ, ਭੂਤਾਂ ਪ੍ਰੇਤਾਂ ਦੇ ਨਾਲ ਪਿਆਰ ਰੱਖਿਆ। ਕਈ ਹੁੰਦੇ ਨੇ ਸੰਗਤ ਜੀ ਪੁੱਠੀ ਜੀ ਮੱਤ ਵਾਲੇ, ਕਾਲੇ ਇਲਮ ਨਾਲ ਬੜਾ ਧਿਆਨ ਰੱਖਦੇ ਨੇ, ਇਹ ਗਾਂਹ ਪ੍ਰਕਿਰਿਆ ਕਰਦੇ ਨੇ ਭੂਤਾਂ ਦੇ ਨਾਲ, ਕਿਉਂਕਿ ਇਹ ਤਾਂ ਗੱਲ ਹੈ ਨਹੀਂ ਕਿ ਭੂਤ ਹੁੰਦੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸੁਖਮਨੀ ਸਾਹਿਬ ਦੇ ਵਿੱਚ ਪ੍ਰਮਾਣ ਹੈ ਕਿ ਕਰੋੜਾਂ ਹੀ ਭੂਤ ਨੇ, ਸੂਕਰ ਨੇ, ਮਿਰਗਾਚ ਨੇ। ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਾਤੀਆਂ ਨੇ। ਕੋਈ ਪੜ੍ਹਿਆ ਲਿਖਿਆ ਬਹੁਤਾ ਸ਼ੰਕਾ ਨਾ ਕਰ ਬੈਠੇ ਕਿ ਭੂਤ ਨਹੀਂ ਹੁੰਦੇ। ਜਦੋਂ ਚਿੰਬੜਦੇ ਫਿਰ ਸਾਹ ਨਹੀਂ ਆਉਣ ਦਿੰਦੇ ਜੀ। ਇਸ ਕਰਕੇ ਸੰਗਤ ਜੀ ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ, ਕਈ ਤੇ ਜੀਵ ਨੇ ਕਿ ਅਗਿਆਨੀ ਦੇ ਨਾਲ ਦੋਸਤੀ ਪਾਉਂਦੇ ਨੇ, ਕਈ ਭੂਤਾਂ ਪ੍ਰੇਤਾਂ ਦੇ ਨਾਲ, ਇਸਤਰੀ ਦੇ ਨਾਲ ਮੋਹ ਰੱਖਦੇ ਹਨ। ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇਹੋ। ਉਹਨਾਂ ਦਾ ਹਾਲ ਕੀ ਹੁੰਦਾ ਫਿਰ ਸੰਗਤ ਜੀ? ਪਾਣੀ ਅੰਦਰ ਲੀਕ ਜਿਉ, ਜਿਵੇਂ ਪਾਣੀ ਦੇ ਅੰਦਰ ਕੋਈ ਲੀਕ ਖਿੱਚਦਾ ਨਾ, ਤਿਸ ਦਾ ਥਾਉ ਨਾ ਥੇ। ਇੰਨਾ ਕੁ ਚਿਰ ਸਵਾਦ ਰਹਿੰਦਾ। ਹੁਣ ਵੇਖ ਲਓ, ਪਾਣੀ ਦੇ ਅੰਦਰ ਲੀਕ ਖਿੱਚੀ ਕਿੰਨਾ ਕੁ ਚਿਰ ਰਹਿੰਦੀ, ਪਤਾ ਹੀ ਨਹੀਂ ਲੱਗਦਾ, ਨਾਲ ਦੀ ਨਾਲ ਹੀ ਮਿਟਦੀ ਆਉਂਦੀ। ਜੇ ਤੇ ਕਿਤੇ ਧਰਤੀ ਦੇ ਉੱਤੇ ਲੀਕ ਖਿੱਚਾਂਗੇ ਭਾਵੇਂ ਰਹਿ ਜੇ, ਪਰ ਜਦੋਂ ਪਾਣੀ ਦੇ ਉੱਤੇ ਲੀਕ ਖਿੱਚੀ ਉਹ ਤੇ ਨਾਲ ਦੀ ਨਾਲ ਹੀ ਮਿਟ ਆਉਣੀ ਹੈ। ਇੰਨਾ ਕੁ ਚਿਰ ਬਸ ਉਹਨਾਂ ਦੀ ਦੋਸਤੀ ਦਾ ਤੇ ਮੋਹ ਦਾ ਸਵਾਦ ਹੈ। ਜੇ ਅਗਿਆਨੀ ਨਾਲ ਦੋਸਤੀ ਪਾਵਾਂਗੇ, ਵਡਾਰੂ ਦੇ ਨਾਲ ਮੋਹ ਰੱਖਾਂਗੇ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਇੰਨਾ ਕੁ ਚਿਰ ਹੀ ਗੁਰਸਿੱਖੋ ਆਨੰਦ ਆਉਣਾ ਜਿੰਨਾ ਕੁ ਚਿਰ ਪਾਣੀ ਵਿੱਚ ਜਿਵੇਂ ਲੀਕ ਖਿੱਚੀ ਦੀ, ਪਾਣੀ ਦੀ ਲੀਕ ਤੇ ਨਾਲ ਦੀ ਨਾਲ ਹੀ ਮਿਟ ਆਉਂਦੀ। ਤੇ ਤਿਸ ਦਾ ਥਾਉ ਨਾ ਥੇਹੋ। ਤੇ ਨਾ ਤੇ ਅਗਿਆਨੀ ਦਾ ਕੋਈ ਥਾਂ ਹੈ, ਨਾ ਵਡਾਰੂ ਦਾ ਭੂਤਾਂ ਪ੍ਰੇਤਾਂ ਦਾ ਕੋਈ ਥਾਂ ਹੈ, ਤੇ ਨਾ ਉਹਨਾਂ ਨੂੰ ਉਹਨਾਂ ਦੇ ਨਾਲ ਦੋਸਤੀ ਪਾਉਣ ਵਾਲੇ ਦਾ, ਤੇ ਨਾ ਉਹਨਾਂ ਦੇ ਨਾਲ ਮੋਹ ਰੱਖਣ ਵਾਲੇ ਦਾ ਕੋਈ ਥਾਂ ਹੈ। ਉਹਨਾਂ ਦਾ ਕੋਈ ਥੇ ਥਾਂ ਨਹੀਂ। ਉਹ ਹਮੇਸ਼ਾ ਹੀ ਭੜਕਦੇ ਰਹਿੰਦੇ ਨੇ। ਫਿਰ ਇਸ ਕਰਕੇ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਸਮਝਾਇਆ ਹੈ, ਗੁਰਸਿੱਖੋ ਕਦੀ ਅਗਿਆਨੀ ਦੇ ਨਾਲ ਦੋਸਤੀ ਨਹੀਂ ਪਾਉਣੀ, ਕਦੀ ਸਿਆਣਿਆਂ ਦੇ ਕੋਲ ਨਹੀਂ ਜਾਣਾ ਜਿਹੜੇ ਭੂਤਾਂ ਪ੍ਰੇਤਾਂ ਦੇ ਨਾਲ ਮੋਹ ਰੱਖਦੇ ਨੇ, ਕਾਲੇ ਇਲਮ ਨੂੰ ਜਾਣਦੇ ਨੇ। ਮਹਾਰਾਜ ਸਾਹਿਬ ਨੇ ਗੁਰਸਿੱਖਾਂ ਨੂੰ ਸਮਝਾਇਆ, ਗੁਰਸਿੱਖੋ ਇਹਨਾਂ ਦੇ ਕੋਲ ਕਦੀ ਨਹੀਂ ਜਾਣਾ। ਜੇ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਮੋਹ ਪਾ ਲਿਆ ਨਾ, ਜਿਵੇਂ ਪਾਣੀ ਦੇ ਵਿੱਚ ਲੀਕ ਖਿੱਚੀ ਦੀ, ਇੰਨਾ ਕੁ ਚਿਰ ਬਸ ਮੋਹ ਰਹਿਣਾ ਇਹਨਾਂ ਦਾ। ਫਿਰ ਤੇ ਨਾ ਉਹਨਾਂ ਦਾ ਥਾਂ ਤੇ ਨਾ ਤੁਹਾਡਾ ਥਾਂ, ਨਾ ਪਰਲੋਕ ਦੇ ਵਿੱਚ ਜਗ੍ਹਾ ਮਿਲੇਗੀ ਤੇ ਨਾ ਇਸ ਲੋਕ ਦੇ ਵਿੱਚ। ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ। ਕਿਉਂਕਿ ਸੰਗਤ ਦੀ ਜਿਹੜਾ ਅਗਿਆਨੀ ਹੁੰਦਾ ਨਾ, ਜਿਹਨੂੰ ਗਿਆਨ ਨਹੀਂ ਬਹੁਤਾ ਹੁੰਦਾ, ਆਪਦੀਆਂ ਜਬਲੀਆਂ ਜਿਹੀਆਂ ਮਾਰਦਾ ਰਹਿੰਦਾ। ਮਹਾਰਾਜ ਸਾਹਿਬ ਕਹਿੰਦੇ ਹੋਏ ਆਣਾ ਕਰੇ ਕੰਮ। ਜਿਹੜਾ ਅਗਿਆਨੀ ਪੁਰਸ਼ ਜਦੋਂ ਕੋਈ ਕੰਮ ਕਰਦਾ ਏ, ਆਣ ਨਾ ਸਕੈ ਰਾਸ, ਕਦੀ ਵੀ ਕੰਮ ਉਹਦਾ ਸਚਾਈ ਵਾਲਾ ਨਾ ਕੋਈ ਮੰਨੇ, ਤੇ ਨਾ ਉਹਦਾ ਕੰਮ ਸਚਾਈ ਵਾਲਾ ਹੁੰਦਾ, ਤੇ ਨਾ ਉਹਦਾ ਕੰਮ ਕਦੀ ਪੂਰਾ ਹੀ ਹੋ ਸਕਦਾ ਕੀਤਾ ਹੋਏ। ਹੁਣ ਜੇ ਕੋਈ ਕਵਲਾ ਹੋਵੇ, ਤੇ ਕਵਲੇ ਨੂੰ ਤਾਂ ਸਾਰੇ ਕਵਲਾ ਹੀ ਕਹਿਣਗੇ, ਮੂਰਖ ਹੀ ਕਹਿਣਗੇ। ਜੇ ਉਹ ਭਾਵੇਂ ਕੋਈ ਚੰਗਾ ਕੰਮ ਕਰ ਵੀ ਦੇਵੇ, ਕਿਸੇ ਨੇ ਨਹੀਂ ਸੰਗਤ ਜੀ ਮੰਨਣਾ ਇਹਨੇ ਕੰਮ ਚੰਗਾ ਕੀਤਾ ਹੋਵੇ, ਕਿਉਂਕਿ ਹੈ ਹੀ ਅਗਿਆਨੀ, ਮੂਰਖ ਹੈ, ਸਮਝ ਹੀ ਨਹੀਂ, ਬੇਸਮਝਾ ਹੈ। ਆਣ ਨਾ ਸਕੈ ਰਾਸ। ਤੇ ਮਹਾਰਾਜ ਸਾਹਿਬ ਕਹਿੰਦੇ ਕੋਈ ਉਹਦਾ ਕੰਮ ਕੀਤਾ ਹੈ ਨਾ ਕੋਈ ਮੰਨਦਾ ਹੈ, ਤੇ ਨਾ ਹੀ ਉਹਦਾ ਕੋਈ ਕੰਮ ਕੀਤਾ ਬਣ ਆਉਂਦਾ ਹੈ। ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ। ਮਹਾਰਾਜ ਸਾਹਿਬ ਕਹਿੰਦੇ ਜੇ ਇੱਕ ਦਾ ਕੰਮ ਜਿਹੜਾ ਚੰਗਾ ਵੀ ਕਰ ਦੇਵੇ ਕਿਤੇ ਭੁੱਲ ਭੁਲੇਖੇ,
ਦੂਜੀ ਭੀ ਵੇਰਾਸ, ਦੂਸਰਾ ਫਿਰ ਉਹ ਕੰਮ ਗਲਤ ਕਰ ਦਿੰਦਾ। ਜਿਵੇਂ ਪਸ਼ੂ ਬਿਰਤੀ ਮੰਨ ਲਓ, ਉਹਦੀ ਪਸ਼ੂ ਬਿਰਤੀ ਹੁੰਦੀ। ਜਿਵੇਂ ਇੱਕ ਬ੍ਰਾਹਮਣ ਤੇ ਇੱਕ ਬਲੂੰਗੜੇ ਦੀ ਸਾਖੀ ਸੰਗਤ ਜੀ ਆਉਂਦੀ ਹੈ ਕਿ ਇੱਕ ਬ੍ਰਾਹਮਣ ਰਾਜ ਦਰਬਾਰ ਦੇ ਅੰਦਰ ਰੋਜ਼ ਕਥਾ ਕਰਿਆ ਕਰੇ। ਰਮਾਇਣ ਦੀ ਕਥਾ ਚੱਲ ਰਹੀ ਸੀ ਤੇ ਜਿੰਨੇ ਕੋਈ ਕੌਤਕ ਕਰਦਾ ਰਾਜੇ ਉਹਨਾਂ ਹੀ ਖੁਸ਼ ਹੁੰਦੇ ਨੇ। ਤੇ ਬ੍ਰਾਹਮਣ ਨੇ ਕੀ ਕੀਤਾ, ਜਦੋਂ ਆਪਦੇ ਘਰੇ ਗਿਆ, ਰਾਤ ਨੂੰ ਸੰਧਿਆ ਦੇ ਵੇਲੇ ਆਪਦਾ ਬੰਦਗੀ ਭਜਨ ਕੀਤਾ, ਪਰ ਮਨ ਜਿਹੜਾ ਅੰਦਰੋਂ ਥੋੜ੍ਹਾ ਜਿਹਾ ਚੰਚਲ ਸੀ। ਬਾਹਰ ਇੱਕ ਬਿੱਲਾ ਬੈਠਾ ਸੀ ਬਲੂੰਗੜਾ, ਉਹਨੂੰ ਵੇਖਿਆ ਤੇ ਉਹਨੂੰ ਬੁਝਾ ਲਿਆ, ਰੋਟੀ ਪਾ ਤੀ, ਕਦੇ ਦੁੱਧ ਪਿਆ ਤਾ। ਹੌਲੀ ਹੌਲੀ ਉਹ ਬਲੂੰਗੜਾ ਗਿੱਝ ਗਿਆ। ਸਮਾਂ ਪੈਣ 'ਤੇ ਉਹਦੇ ਸਿਰ ਦੇ ਉੱਤੇ ਉਹ ਨਾ ਇੱਕ ਛੋਟੀ ਜਿਹੀ ਬੁਰਕੀ ਰੱਖਣ ਲੱਗ ਪਿਆ। ਬਾਕੀ ਉਹਨੂੰ ਖਵਾ ਦਿਆ ਕਰੇ ਤੇ ਉਹਨੂੰ ਬੁਝਾਤਾ, ਉਹ ਸਿਰ 'ਤੇ ਬੁਰਕੀ ਜਿਹੜੀ ਟਿਕਾਉਣ ਲੱਗ ਪਿਆ ਬਲੂੰਗੜਾ। ਸਮਾਂ ਬਣਦਾ ਗਿਆ, ਖਾਲੀ ਦੀਵਾ ਉਹਦੇ ਸਿਰ 'ਤੇ ਰੱਖ ਗਿਆ। ਹੋਰ ਸਮਾਂ ਲੰਘ ਗਿਆ, ਫਿਰ ਕਹਿੰਦੇ ਉਹਨੇ ਦੀਵੇ ਦੇ ਵਿੱਚ ਤੇਲ ਵੀ ਪਾਤਾ ਤੇ ਬੱਤੀ ਦੇ ਨਾਲ ਦੀਵਾ ਜਗਾ ਵੀ ਦਿੱਤਾ। ਤੇ ਬਲੂੰਗੜੇ ਦੇ ਸਿਰ ਦੇ ਉੱਤੇ ਕਹਿੰਦੇ ਦੀਵਾ ਰੱਖ ਕੇ ਉਹ ਫਿਰ ਰਾਤ ਨੂੰ ਪੜ੍ਹਿਆ ਕਰੇ ਆਪਦੀ ਵਿੱਦਿਆ ਜਿਹੜੀ ਸੀ। ਤੇ ਇੱਕ ਦਿਨ ਰਾਜੇ ਨੂੰ ਖੁਸ਼ ਕਰਨ ਵਾਸਤੇ, ਲੋਕਾਂ ਦੇ ਵਿੱਚ ਵਹਿਮ ਭਰਮ ਪਾਉਣ ਵਾਸਤੇ ਕਿ ਜਿਹੜਾ ਪੰਡਤ ਬੜਾ ਏ ਕਰਾਮਾਤੀ, ਇਹ ਬੜਾ ਤਗੜਾ ਏ, ਇਹਦੇ ਕੋਲ ਬਾਲ ਹੀ ਬੜਾ ਜ਼ਿਆਦਾ ਏ, ਇਹ ਸਾਰਾ ਕੁਝ ਵਿਖਾਉਣ ਦੇ ਵਾਸਤੇ ਉਹ ਬਲੂੰਗੜੇ ਨੂੰ ਰਾਜ ਦਰਬਾਰ ਦੇ ਅੰਦਰ ਲੈ ਗਏ। ਜਦੋਂ ਉਹਨੇ ਦੀਵੜਾ ਬਾਲਿਆ, ਰਮਾਇਣ ਦੀ ਕਥਾ ਆਰੰਭ ਕਰਤੀ, ਸਾਰੇ ਬੜਾ ਹੈਰਾਨ ਹੋਏ ਕਿ ਵੇਖ ਲਓ ਬਲੂੰਗੜਾ ਜਿਹੜਾ ਹਿਲਦਾ ਹੀ ਨਹੀਂ, ਬ੍ਰਾਹਮਣ ਨੇ ਵੱਸ ਕੀਤਾ ਪਿਆ। ਸਾਰੇ ਪਾਸੇ ਜੈ ਜੈਕਾਰਾਂ ਹੋ ਗਈਆਂ, ਬ੍ਰਾਹਮਣ ਬੜਾ ਸ਼ਕਤੀਸ਼ਾਲੀ ਹੈ। ਤੇ ਉਸ ਤੇ ਸਭਾ ਦੇ ਵਿੱਚ ਇੱਕ ਸਿਆਣਾ ਵੀ ਬੈਠਾ ਸੀ ਪੁਰਸ਼, ਕਹਿਣ ਲੱਗਾ ਕਿ ਤੁਸੀਂ ਬੜਾ ਚਾਅ ਜਿਹਾ ਨਾ ਕਰੋ, ਇਹ ਤਾਂ ਪਸ਼ੂ ਬਿਰਤੀ ਹੈ, ਬਲੂੰਗੜੇ ਨੂੰ ਕਾਹਦਾ ਗਿਆਨ ਹੈ, ਤੇ ਜਿਵੇਂ ਸਿਖਾ ਦਾਂਗੇ। ਇਹਨੇ ਤੇ ਇੱਕ ਅੱਧਾ ਕੰਮ ਚੰਗਾ ਕੀਤਾ, ਬਾਕੀ ਤੇ ਸਾਰੇ ਮਾੜੇ ਕਰਨੇ ਨੇ ਇਹਨੂੰ, ਇਹ ਤਾਂ ਜਦੋਂ ਮਰਜ਼ੀ ਡੇਗ ਲਓ ਇਹਨੂੰ। ਨਾਲ ਦੇ ਕਹਿੰਦੇ ਤੂੰ ਤੇ ਐਵੇਂ ਮਾਰੀ ਜਾਣਾ ਆਪਦੀਆਂ, ਜਾਂ ਤੂੰ ਸਾਨੂੰ ਗੱਲ ਪੱਕੀ ਕਰਕੇ ਦੱਸ, ਨਹੀਂ ਤੇ ਐਵੇਂ ਆਵਾ ਤਾਵਾ ਨਾ ਬੋਲ। ਅਗਲੇ ਦਿਨ ਉਹ ਪੰਡਿਤ ਬ੍ਰਾਹਮਣ ਨੇ ਫਿਰ ਲੈ ਆਂਦਾ ਬਲੂੰਗੜੇ ਨੂੰ, ਆਪਦੇ ਨਾਲ ਹੀ ਲੈ ਆਂਦਾ। ਜਦੋਂ ਰਮਾਇਣ ਦੀ ਕਥਾ ਆਰੰਭ ਹੀ ਕੀਤੀ ਅਜੇ, ਤੇ ਉਹ ਜਿਹੜਾ ਕੱਲ੍ਹ ਵਾਲਾ ਪੁਰਸ਼ ਜਿਹੜਾ ਦਾਅਵੇ ਕਰਦਾ ਸੀ, ਉਹਨੇ ਉੱਥੇ ਲਿਆ ਕੇ ਚੂਹਾ ਛੱਡਤਾ ਇੱਕ ਸੰਗਤ ਜੀ। ਜਦੋਂ ਬਲੂੰਗੜੇ ਨੇ ਚੂਹੇ ਨੂੰ ਵੇਖਿਆ ਤੇ ਉਹ ਜਿਹੜਾ ਬ੍ਰਾਹਮਣ ਦਾ ਦੀਵਾ ਜਿਹਾ ਸੀ, ਉਹ ਰਮਾਇਣ ਦੇ ਉੱਤੇ ਹੀ ਸਿੱਟ ਕੇ ਉਹ ਚੂਹੇ ਮਗਰ ਚਲਾ ਗਿਆ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਇਹ ਪਸ਼ੂ ਬਿਰਤੀ ਹੁੰਦੇ ਆ, ਗਿਆਨੀ ਹੁੰਦੇ ਜਿਹੜੇ, ਪਸ਼ੂਆਂ ਵਾਲੀ ਬਿਰਤੀ ਹੁੰਦੀ ਇਹਦੀ। ਜੇ ਕਿਤੇ ਇੱਕ ਅੱਧਾ ਕੰਮ ਚੰਗਾ ਵੀ ਕਰਦੇ, ਜਿਵੇਂ ਬਲੂੰਗੜੇ ਨੇ ਕੀਤਾ, ਪਹਿਲੇ ਦਿਨ ਗਿਆ ਆਪਦੇ ਸਿਰ 'ਤੇ ਦੀਵਾ ਟਿਕਾਈ ਰੱਖਿਆ ਉਹਨੇ, ਸਾਰੇ ਬੰਨੇ ਜੈ ਜੈਕਾਰ ਹੋ ਗਈ। ਅਤੇ ਜਦੋਂ ਚੂਹਾ ਵੇਖਿਆ ਉਹਨੇ ਤੇ ਉਦੋਂ ਹੀ ਭੱਜ ਗਿਆ। ਇਸੇ ਪ੍ਰਕਾਰ ਹੀ ਸਾਡਾ ਕਲਯੁਗੀ ਜੀਵਾਂ ਦਾ ਹਾਲ ਹੈ, ਗਿਆਨੀਆਂ ਦਾ। ਜਦੋਂ 4 ਕੁ ਦਿਨ ਗੁਰੂ ਘਰ ਆਏ, ਕਿਤੇ ਗੱਲ ਬਣ ਗਈ, ਗੁਰੂ ਘਰ ਆ ਗਏ, ਪਰ ਜਦੋਂ ਵਕਾਰ ਕਿਤੇ ਲੱਗ ਗਏ, ਫਿਰ ਮਹਾਰਾਜ ਸਾਹਿਬ ਕਹਿੰਦੇ ਉਹੋ ਜਿਹਾ ਹੀ ਹੋ ਗਿਆ, ਬੇਰਸਾ ਹੋ ਗਿਆ ਜੀਵਨ ਸਾਰਾ ਹੀ। ਥੋੜ੍ਹਾ ਚਿਰ ਅਗਿਆਨੀ ਦੇ ਜੀਵਨ ਦੇ ਵਿੱਚ ਰਸ ਭਰਦਾ ਹੈ, ਫਿਰ ਉਹੋ ਜਿਹਾ ਹੀ ਹੋ ਜਾਂਦਾ ਹੈ, ਕਿਉਂਕਿ ਬਿਰਤੀ ਜਿਹੜੀ ਪਸ਼ੂ ਵਾਲੀ ਹੁੰਦੀ ਹੈ। ਇਸ ਕਰਕੇ ਕਦੀ ਅਗਿਆਨੀ ਦੇ ਨਾਲ ਦੋਸਤੀ ਨਹੀਂ ਪਾਉਣੀ ਚਾਹੀਦੀ। ਜੇ ਅਗਿਆਨੀ ਨੂੰ ਸਮਝਾਵਾਂਗੇ, ਅਗਲਾ ਗਲ ਪਵੇਗਾ, ਅਗਲੇ ਨੇ ਆਖਣਾ ਮੈਂ ਤੇਰੇ ਤੋਂ ਜ਼ਿਆਦਾ ਸਿਆਣਾ, ਤੂੰ ਮੈਨੂੰ ਕੀ ਸਮਝਾਵੇਂਗਾ। ਅਗਿਆਨੀ ਸੰਗਤ ਜੀ ਇੱਕ ਤੇ ਕਵਲੇ ਨੂੰ ਨਹੀਂ ਆਂਦੇ, ਜਿਹੜਾ ਕਵਲਾ ਹੁੰਦਾ, ਕਵਲਾ ਆਂਦੇ ਨੇ ਜਿਹੜਾ ਕੁਦਰਤੀ ਹੋਵੇ, ਕਵਲਾ ਕਰਮਾਂ ਦੇ ਕਰਕੇ ਦਿਮਾਗ ਨਾਲ ਜਿਹਦਾ ਕੰਮ ਕਰਦਾ ਹੋਵੇ। ਇੱਕ ਕਵਲਾ ਹੁੰਦਾ ਜਿਹਦੇ ਕੋਲ ਮਾਇਆ ਧਨ ਵੀ ਵਾਧੂ ਹੋਵੇ, ਪਰ ਅੰਦਰੋਂ ਕਵਲਾ ਹੋਵੇ, ਜਿਹੜਾ ਜਿਹਨੂੰ ਅਗਿਆਨੀ ਕਿਹਾ ਜਾਂਦਾ। ਗਿਆਨ ਨਾ ਹੋਵੇ, ਗੁਰੂ ਦੀ ਗੱਲ ਨਾ ਸੁਣਦਾ ਹੋਵੇ, ਆਪਦੀਆਂ ਹੀ ਆਵਾ ਤਾਵੀਆਂ ਮਾਰਦਾ ਹੋਵੇ, ਉਹਨੂੰ ਸੰਗਤ ਦੀ ਅਗਿਆਨੀ ਕਿਹਾ ਜਾਂਦਾ। ਜਿਹਦੀ ਬਿਰਤੀ ਪਸ਼ੂਆਂ ਵਾਲੀ ਹੋਵੇ, ਆਪਦੇ ਸਵਾਰਥ ਦੇ ਵਾਸਤੇ ਕੰਮ ਕਰਦਾ ਹੋਵੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਅਗਿਆਨੀ ਦੇ ਨਾਲ ਗੁਰਸਿੱਖੋ ਕਦੀ ਦੋਸਤੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਉਹ ਕੰਮ ਹੀ ਬੇਰਸੇ ਕਰਦਾ ਹੈ। ਪੌੜੀ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਪਾਏ। ਮਹਾਰਾਜ ਸਾਹਿਬ ਜੀ ਕਹਿੰਦੇ, ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ, ਗੁਰਸਿੱਖੋ ਜੇ ਤੇ ਗੁਰੂ ਘਰ ਆ ਕੇ ਸੇਵਾ ਕਰਨੀ, ਕਿਵੇਂ ਕਰੋ?
ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ। ਜੇ ਕੋਈ ਸੇਵਾਦਾਰ ਹੈ, ਨੌਕਰ ਚਾਕਰ ਹੈ, ਜੇ ਕੋਈ ਨੌਕਰੀ ਕਰਦਾ ਆਪਦੇ ਮਾਲਕ ਦੇ ਦਰ 'ਤੇ ਸੇਵਾ ਕਰਦੇ ਹਾਂ ਗੁਰੂ ਘਰ, ਫਿਰ ਖਸਮ ਦੇ ਭਾਣੇ ਵਿੱਚ ਚੱਲੋ। ਖਸਮ ਦੇ ਭਾਣੇ ਵਿੱਚ ਵਡਿਆਈ ਮਿਲਦੀ, ਇੱਜ਼ਤ ਮਿਲਦੀ, ਮਾਣ ਪ੍ਰਾਪਤ ਹੁੰਦਾ। ਦੁਨੀਆ ਵੀ ਕਹਿੰਦੀ ਹੈ ਕਿ ਬੜਾ ਚੰਗਾ ਹੈ, ਆਪਦੇ ਮਾਲਕ ਦੇ ਭਾਣੇ ਦੇ ਅੰਦਰ ਹੈ, ਆਪਦੇ ਮਾਲਕ ਦੀ ਕੋਈ ਗੱਲ ਨਹੀਂ ਮੋੜਦਾ। ਇਸੇ ਪ੍ਰਕਾਰ ਹੀ ਸੰਗਤ ਜੀ ਗੁਰੂ ਸਾਡਾ ਮਾਲਕ ਹੈ ਸਾਰਿਆਂ ਦਾ। ਗੁਰੂ ਦੀ ਗੱਲ ਸਾਨੂੰ ਸੁਣਨੀ ਚਾਹੀਦੀ। ਜੇ ਅਸੀਂ ਗੁਰੂ ਘਰ ਆਏ ਫਿਰ ਗੁਰੂ ਦੀ ਗੱਲ ਸੁਣੋ, ਗੁਰੂ ਦੇ ਭਾਣੇ ਵਿੱਚ ਰਹੀਏ। ਗੁਰੂ ਸਾਨੂੰ ਉਪਦੇਸ਼ ਕੀ ਬਖਸ਼ਦੇ ਹਨ। ਗੁਰੂ ਕਹਿੰਦਾ ਹੈ ਨਾਮ ਜਪੋ ਗੁਰਸਿੱਖੋ, ਕਿਤੇ ਭੁੱਲ ਕੇ ਵੀ ਨਰਕਾਂ ਦੇ ਰਾਹ ਨੂੰ ਨਾ ਚੱਲ ਜਿਓ, ਬੜਾ ਭਟਕੋਗੇ। ਗੁਰੂ ਤੇ ਵਾਰ-ਵਾਰ ਇਹੋ ਹੀ ਉਪਦੇਸ਼ ਦਿੰਦਾ ਹੈ ਕਿ ਖਸਮ ਦੇ ਭਾਣੇ ਵਿੱਚ ਹੀ ਸਾਰਾ ਕੁਝ ਮਿਲਦਾ। ਜੇ ਉਹਦਾ ਹੁਕਮ ਹੈ, ਉਹਦੇ ਹੁਕਮ ਦੇ ਅੰਦਰ ਰਵਾਂਗੇ, ਫਿਰ ਸੰਗਤ ਜੀ ਉਹਦੇ ਹੁਕਮ ਦੇ ਵਿੱਚ ਹੀ ਸਮਾ ਜਾਵਾਂਗੇ। ਭਾਵ ਕਿ ਉਸ ਵਾਹਿਗੁਰੂ ਦੇ ਰੂਪ ਵਿੱਚ ਸਮਾ ਜਾਵਾਂਗੇ। ਜੇ ਉਸ ਵਾਹਿਗੁਰੂ ਦੀ ਸੇਵਾ ਕਰਦੇ ਹਾਂ ਸਾਰੇ, ਕੋਈ ਝਾੜੂ ਫਿਰਦਾ ਹੈ, ਕੋਈ ਮਨ ਕਰਕੇ ਹੈ, ਕੋਈ ਤਨ ਕਰਕੇ ਹੈ ਅਤੇ ਕੋਈ ਧਨ ਕਰਕੇ ਹੈ, ਜਿਵੇਂ ਵੀ ਵਾਹਿਗੁਰੂ ਦੀ ਕੋਈ ਸੇਵਾ ਕਰਦਾ ਹੈ, ਪਰ ਖਸਮ ਦੇ ਭਾਣੇ ਵਿੱਚ ਸੇਵਾ ਹੋਵੇ ਫਿਰ ਹੀ ਪ੍ਰਵਾਨ ਹੈ। ਜੇ ਖਸਮ ਦੇ ਭਾਣੇ ਵਿੱਚ ਸੇਵਾ ਨਹੀਂ ਨਾ ਸੰਗਤ ਜੀ, ਅੰਦਰੋਂ ਹੰਕਾਰ ਵਿਕਾਰ, ਕਿਸੇ ਦੇ ਨਾਲ ਈਰਖਾ ਹੈ, ਗੁਰੂ ਘਰ ਆ ਕੇ ਵੀ ਈਰਖਾ ਮੁੱਕਦੀ ਨਹੀਂ ਕਿ ਇਹ ਗੁਰੂ ਘਰ ਕਿਵੇਂ ਆ ਗਿਆ, ਮੈਂ ਆਉਣਾ ਅਤੇ ਇਹ ਵੀ ਆਉਣ ਲੱਗ ਪਿਆ। ਇਸ ਤਰ੍ਹਾਂ ਗੁਰੂ ਘਰ ਈਰਖਾ ਨਹੀਂ ਰੱਖਣੀ। ਫਿਰ ਮਹਾਰਾਜ ਸਾਹਿਬ ਕਹਿੰਦੇ ਫਿਰ ਕੁਝ ਨਹੀਂ ਪ੍ਰਾਪਤ ਹੋਣਾ, ਫਿਰ ਵਡਿਆਈ ਨਹੀਂ ਪ੍ਰਾਪਤ ਹੋਣੀ ਕਿਸੇ ਪਾਸਿਓਂ ਨਹੀਂ। ਪਰ ਜੇ ਗੁਰੂ ਘਰ ਆ ਕੇ ਹੰਕਾਰ ਵਿਕਾਰ ਸਾਰੇ ਗਵਾ ਤੇ ਪਰੇ ਸਿੱਟ ਦੇ, ਇਹ ਵੀ ਸੋਚਿਆ ਕਿ ਮੈਂ ਕੀ ਚੀਜ਼ ਹਾਂ, ਕਿੰਨਾ ਕੁ ਵੱਡਾ ਹੋ ਸਕਦਾ ਮੈਂ, ਕਿਤੇ ਰੱਬ ਤੇ ਬੜਾ ਵੱਡਾ ਹੈ। ਮਹਾਰਾਜ ਦੇ ਗੁਰਸਿੱਖ ਬੜੇ ਬੇਅੰਤ ਨੇ, ਗੁਰਸਿੱਖਾਂ ਦੀ ਘਾਲ ਕਮਾਈ ਬੜੀ ਹੈ, ਮੇਰੇ ਤੋਂ ਵੀ ਪਹਿਲੋਂ ਆ ਜਾਂਦੇ ਨੇ, ਬੜੇ ਤਕੜੇ ਗੁਰਸਿੱਖ ਨੇ। ਫਿਰ ਮਹਾਰਾਜ ਸਾਹਿਬ ਕਹਿੰਦੇ ਉਹਦਾ ਜਦੋਂ ਭਾਣਾ ਮੰਨ ਲਾਂਗੇ ਰੱਬ ਦਾ, ਫਿਰ ਸਾਰਾ ਕੁਝ ਹੀ ਪ੍ਰਾਪਤ ਹੋ ਜਾਵੇਗਾ। ਹੁਰਮਤ ਤਿਸਨੋ ਅਗਲੀ, ਉਹ ਵੱਜਹੁ ਭੇਦੂਣਾ ਖਾਏ। ਫਿਰ ਤੇ ਮਾਲਕ ਵੀ ਵਡਿਆਈਆਂ ਦਿੰਦਾ। ਮਾਲਕ ਫਿਰ ਮੋਢੇ 'ਤੇ ਹੱਥ ਧਰਦਾ, ਸ਼ਾਬਾਸ਼ ਦਿੰਦਾ ਹੈ ਕਿ ਤੂੰ ਮੇਰਾ ਅਨਿੰਨ ਸੇਵਕ ਹੈ। ਇਸੇ ਪ੍ਰਕਾਰ ਹੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਵੀ ਆਪਦੇ ਗੁਰਸਿੱਖ ਨੂੰ ਫਿਰ ਗਲਵੱਕੜੀ ਦੇ ਵਿੱਚ ਲੈ ਲੈਂਦੇ ਨੇ। ਗੁਰਸਿੱਖਾ ਆ ਜਾ ਇੱਧਰ, ਤੂੰ ਮੇਰਾ ਰੂਪ ਹੋਣਾ। ਉਹ ਵੱਜਹੁ ਭੇਦੂਣਾ ਖਾਏ। ਜਿਵੇਂ ਨੌਕਰ ਚੰਗਾ ਕੰਮ ਕਰੇ ਅਤੇ ਮਾਲਕ ਖੁਸ਼ ਹੋ ਕੇ ਤਨਖਾਹ ਵੀ ਵਧਾ ਦਿੰਦਾ ਸੰਗਤ ਜੀ। ਇਸੇ ਪ੍ਰਕਾਰ ਜੇ ਰੱਬ ਦੀ ਸੇਵਾ ਕਰਾਂਗੇ, ਘਾਲ ਕਮਾਈ ਕਰਾਂਗੇ, ਅਤੇ ਰੱਬ ਵੀ ਆਪਦਾ ਰੂਪ ਕਰ ਲਊ। ਹੰਕਾਰੀ ਵਿਕਾਰਿਆਂ ਬਿਰਤੀਆਂ ਸਾਰੀਆਂ ਡਾ ਕੇ ਪਰੇ ਮਾਰਨੀਆਂ ਮਹਾਰਾਜ ਸਾਹਿਬ ਜੀ। ਕੁਝ ਨਹੀਂ ਸੰਗਤ ਜੀ ਲਾਗੇ ਰਹਿਣਾ। ਇਹ ਮਾਇਆ ਛਾਇਆ ਦਾ ਚੱਕਰ ਜਿਹੜਾ, ਫਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਦਿਸਣ। ਫਿਰ ਤੇ ਜਿਵੇਂ ਸੰਤਾਂ ਨੂੰ ਦਿਸਦਾ ਨਾ, ਘਟ ਘਟ ਮੈਂ ਹਰਜੂ ਬਸਾ, ਇਸੇ ਪ੍ਰਕਾਰ ਗੁਰਸਿੱਖ ਨੂੰ ਵੀ ਸਾਰਿਆਂ ਦੇ ਵਿੱਚ ਰੱਬ ਦਿਸਣ ਲੱਗ ਪਊ ਕਿ ਕੋਈ ਗਰੀਬ ਹੈ, ਕੋਈ ਅਮੀਰ ਹੈ, ਸਾਰਿਆਂ ਦੇ ਵਿੱਚ ਗੁਰੂ ਨਾਨਕ ਵਰਤਦਾ। ਗੁਰੂ ਨਾਨਕ ਦੀ ਜੋਤ ਸਾਰਿਆਂ ਦੇ ਵਿੱਚ ਹੈ। ਇਸ ਕਰਕੇ ਜਿਹਨੇ ਗੁਰੂ ਨਾਨਕ ਦੀ ਸੇਵਾ ਕੀਤੀ ਉਹਨੂੰ ਭਾਈ ਮਾਣ ਇੱਜ਼ਤ ਵਡਿਆਈ ਪ੍ਰਾਪਤ ਹੋਈ ਹੈ। ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਸਤਿਗੁਰੂ ਜੀ ਕਹਿੰਦੇ ਪਰ ਜਿਹਨੇ ਖਸਮ ਦੀ ਬਰਾਬਰੀ ਕੀਤੀ, ਜਿਹਨੇ ਕਿਹਾ ਨਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਜਾ, ਫਿਰ ਉਹਨੂੰ ਸ਼ਰਮਿੰਦਗੀ ਪਾਉਣੀ ਪਈ। ਨਰਕ ਧਾਰੀਆਂ ਅਸੀਂ ਸੰਗਤ ਜੀ, ਨਰਕ ਧਾਰੀ ਵੇਖ ਲਓ ਉਹਦਾ ਕੀ ਹਾਲ ਹੋਇਆ। ਗੁਰਸਿੱਖਾਂ ਨੇ ਕਿਵੇਂ ਗੱਡੀ ਚਾੜਿਆ ਵੇਖ ਲਓ। ਸ਼ਰਮਿੰਦਗੀ ਕੀ ਉਹਦੇ ਲੱਭਾ ਹੀ ਨਹੀਂ। ਇਸ ਪ੍ਰਕਾਰ ਹਾਲ ਹੁੰਦਾ। ਰਾਮ ਰਹੀਮ ਗੁਰਮੀਤ ਰਾਮ ਰਹੀਮ ਵੇਖ ਲਓ ਸੰਗਤ ਜੀ ਕਿੱਥੇ ਬੈਠਾ। ਜਿੱਥੇ ਮਾਲ ਮੂਤ ਕਰਨ ਵਾਲੀ ਜਗ੍ਹਾ ਹੈ, ਇੱਕੋ ਥਾਂ 'ਤੇ ਸੌਣਾ ਹੈ, ਇੱਕੋ ਥਾਂ 'ਤੇ ਰਹਿਣਾ, ਚਾਰ ਦੀਵਾਰੀ ਦੇ ਅੰਦਰ ਰਹਿਣਾ। ਇੰਨੀ ਜ਼ਿਆਦਾ ਸ਼ਰਮਿੰਦਗੀ ਜਦੋਂ ਪਰਦਾ ਹੀ ਸਾਰਾ ਚੁੱਕਿਆ ਗਿਆ। ਇਹ ਕਦੋਂ ਹੋਈ? ਜਦੋਂ ਖਸਮ ਦੀ ਬਰਾਬਰੀ ਕੀਤੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਰੂਪ ਬਣਨ ਨੂੰ ਤਿਆਰ ਹੋ ਗਿਆ ਸੀ ਨਾ, ਉਦੋਂ ਬਾਅਦ ਸੰਗਤ ਜੀ ਫਿਰ ਇਹਦੀ ਕਿਤੇ ਚੜ੍ਹਾਈ ਨਹੀਂ ਹੋਈ। ਦਿਨੋਂ ਦਿਨ ਥੱਲੇ ਡਿੱਗੀ ਗਿਆ। ਗੈਰਤ ਅੰਦਰ ਪਾਏ, ਸ਼ਰਮਿੰਦਗੀ ਦੇ ਅੰਦਰ ਹੀ ਰਿਹਾ। ਫਿਰ ਹੌਲੀ 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 ਹੁਣ ਵੇਖ ਲਓ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਹੈ। ਇਸ ਕਰਕੇ ਖਸਮ ਦੀ ਮਾਲਕ ਦੀ ਕਦੀ ਬਰਾਬਰੀ ਨਹੀਂ ਕਰਨੀ ਚਾਹੀਦੀ। ਜਿਹੜਾ ਵੱਡਾ ਉਹ ਭਾਈ ਵੱਡਾ ਹੀ ਰਹੇਗਾ, ਉਹਨੂੰ ਨਿੱਕਾ ਕਿਵੇਂ ਕਰ ਦਈਏ? ਨਾ ਕੋਈ ਕਰ ਹੀ ਸਕਦਾ।
ਅਸੀਂ ਤੇ ਕਲਯੁਗੀ ਜੀਵ ਕੁਝ ਕਹਿ ਵੀ ਨਹੀਂ ਸਕਦੇ, ਕਰਕੇ ਕੀ ਵਿਖਾਵਾਂਗੇ। ਇਸ ਕਰਕੇ ਕਦੀ ਖਸਮ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ। ਜੇ ਕਰਾਂਗੇ ਫਿਰ ਤੇ ਸ਼ਰਮਿੰਦਗੀ ਹੀ ਪ੍ਰਾਪਤ ਹੋਵੇਗੀ। ਵਜਹੁ ਗਵਾਏ ਅਗਲਾ, ਮੋਹੇ ਮੋਹੇ ਪਾਣਾ ਖਾਏ। ਜਿਹੜੀ ਮਾਲਕ ਨੇ ਖੁਸ਼ ਹੋ ਕੇ 2 ਗੁਣਾ ਵੱਧ ਤਨਖਾਹ ਦਿੱਤੀ ਸੀ, ਉਹਦੇ ਕੀ ਮਿਲਣੀ ਸੀ? ਫਿਰ ਸੰਗਤ ਜੀ ਜਿਹੜੀ ਪਹਿਲੀ ਤਨਖਾਹ ਉਹ ਵੀ ਗਾਇਬ ਹੋ ਜਾਂਦੀ, ਉਹ ਵੀ ਨਹੀਂ ਦਿਸਦੀ। ਫਿਰ ਜਦੋਂ ਜੀਵ ਕਹਿੰਦਾ ਨਾ ਮੇਰੇ ਵਿੱਚ ਕੁਝ ਹੈ, ਮੈਂ ਕੁਝ ਤੁਹਾਨੂੰ ਬਣ ਕੇ ਵਿਖਾਉਣਾ, ਜਿਹੜੀ ਮੇਰੀ ਸਿੱਖਿਆ ਬੜੀ ਕੰਮ ਵਾਲੀ ਏ, ਗੁਰੂ ਦੀ ਸਿੱਖਿਆ ਨਹੀਂ ਇੰਨੀ ਵੱਡੀ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਇਸ ਪ੍ਰਕਾਰ ਸੋਚ ਲੈਂਦਾ, ਫਿਰ ਜਿਹੜੀ ਉਹਦੀ ਪਹਿਲੀ ਤਨਖਾਹ, ਜਿਹੜਾ ਉਹਦਾ ਪਹਿਲਾ ਜਪ ਤਪ ਹੈ, ਇੰਨੀ ਜ਼ਿਆਦਾ ਘਾਲ ਕਮਾਈ ਕੀਤੀ ਉਹਨੇ। ਅੰਮ੍ਰਿਤ ਵੇਲੇ ਉੱਠਿਆ 2 ਵਜੇ, ਫਿਰ ਵਾਹਿਗੁਰੂ ਸਿਮਰਨ ਅਭਿਆਸ ਕੀਤਾ, ਗੁਰੂ ਕੀ ਸਾਧ ਸੰਗਤ ਕੀਤੀ। ਮਹਾਰਾਜ ਸਾਹਿਬ ਕਹਿੰਦੇ ਜੇ ਉਹਦੇ ਵਿੱਚ ਹੰਕਾਰ ਆ ਗਿਆ, ਜਿੰਨੀ ਕਮਾਈ ਸਾਰੀ ਰੁੜ ਗਈ। ਵਜਹੁ ਗਵਾਏ ਅਗਲਾ, ਮੋਹੇ ਮੋਹੇ ਪਾਣਾ ਖਾਏ। ਫਿਰ ਤੇ ਉਹਨੂੰ ਮੂੰਹੋਂ ਮੂੰਹੀ ਜੁੱਤੀਆਂ ਹੀ ਪੈਂਦੀਆਂ ਨੇ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਸੰਗਤ ਜੀ, ਕੋਈ ਐਵੇਂ ਨਹੀਂ ਆਖੀ ਜਾਂਦਾ। ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਣ ਕਰਦੇ ਨੇ, ਜਿਹਨੇ ਮਾਲਕ ਦੀ ਬਰਾਬਰੀ ਕੀਤੀ। ਹੁਣ ਜੇ ਕੋਈ ਸੰਗਤ ਜੀ ਘਰ ਦੇ ਵਿੱਚ ਨੌਕਰ ਹੋਵੇ, ਪਹਿਲਾਂ ਤਾਂ ਨੌਕਰੀ ਚੰਗੀ ਕਰੀ ਜਾਵੇ, ਵਧੀਆ ਹੋਵੇ, ਮਾਲਕ ਖੁਸ਼ ਹੋ ਕੇ ਤਨਖਾਹ ਵੀ ਵਧਾ ਦੇਵੇ। ਪਰ ਜੇ ਨੌਕਰ ਕਵੇ ਕਿ ਹੁਣ ਮੈਂ ਮਾਲਕ ਦੀ ਬਰਾਬਰੀ ਕਰਨੀ, ਮਾਲਕ ਕੀ ਲੱਗਦਾ ਮੇਰਾ, ਮਾਲਕ ਨੂੰ ਮਾਲਕ ਨਾ ਸਮਝੇ ਅਤੇ ਮਾਲਕ ਨੂੰ ਮੰਦੇ ਸ਼ਬਦ ਬੋਲੇ, ਆਪਦੇ ਵਿੱਚ ਹੰਕਾਰ ਰੱਖੇ, ਮਾਲਕ ਦੀ ਭੰਡੀ ਵੀ ਕਰੇ, ਫਿਰ ਮਾਲਕ ਕੀ ਕਰਦਾ ਏ? ਇੱਕ ਤਾਂ ਉਹਦੀ ਜਿਹੜੀ ਤਨਖਾਹ ਹੁੰਦੀ ਉਹ ਵੀ ਖੋਹ ਲੈਂਦਾ, ਫਿਰ ਸੰਗਤ ਜੁੱਤੀਆਂ ਮਾਰ ਕੇ ਘਰੋਂ ਬਾਹਰ ਕੱਢਦਾ। ਇਹ ਵੇਖ ਲਓ ਵਰਤਾਰਾ ਦੁਨੀਆ 'ਤੇ ਵਰਤਦਾ ਹੈ। ਜੇ ਕੋਈ ਨੌਕਰ ਬਾਹਲਾ ਔਖਾ ਸੌਖਾ ਹੋਵੇ, ਫਿਰ ਮਾਲਕ ਕੀ ਕਰਦਾ? ਜੁੱਤੀਆਂ ਮਾਰ ਕੇ ਬਾਹਰ ਕੱਢਦਾ ਹੈ ਸੰਗਤ ਜੀ। ਇਸੇ ਪ੍ਰਕਾਰ ਹੀ ਖਸਮ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਿਰਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦਾ ਮਾੜਾ ਨਹੀਂ ਸੋਚਦੇ, ਪਰ ਜਿਹੜਾ ਭਾਣੇ ਦੇ ਅੰਦਰ ਨਹੀਂ ਨਾ ਰਹਿੰਦਾ, ਜਿਹੜਾ ਕਹਿੰਦਾ ਮੈਂ ਹੁਣ ਆਪ ਹੀ ਰੱਬ ਬਣ ਗਿਆ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਜੁੱਤੀਆਂ ਖਾਣੀਆਂ ਪੈਂਦੀਆਂ ਨੇ। ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸਾਬਾਸ। ਇਸ ਕਰਕੇ ਸੰਗਤ ਜੀ ਜਿਹਦਾ ਅਸੀਂ ਦਿੱਤਾ ਖਾਂਦੇ ਗੁਰੂ ਨਾਨਕ ਦਾ, ਉਹਨੂੰ ਸਾਬਾਸ, ਮਹਾਰਾਜ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੀਦਾ। ਸਾਬਾਸ ਕਹੀਏ ਕਿ ਉਸ ਵਾਹਿਗੁਰੂ ਦੀ ਸੋਭਾ ਕਰਨੀ ਚਾਹੀਦੀ ਹੈ। ਦਿਨ ਰਾਤ ਹੀ ਉਸ ਵਾਹਿਗੁਰੂ ਨੂੰ ਆਰਾਧਨਾ ਚਾਹੀਦਾ ਹੈ, ਜਿਹਨੂੰ ਕਹਿੰਦੇ ਨੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿਹੜੇ ਵਾਹਿਗੁਰੂ ਜੀ ਸਾਰਿਆਂ ਨੂੰ ਦਾਤਾਂ ਦਿੰਦੇ ਨੇ, ਉਹਨਾਂ ਦੀ ਸੋਭਾ ਕਰਨੀ ਬਣਦੀ ਹੈ। ਨਿੰਦਿਆ ਕਰਨੀ ਨਹੀਂ ਗੁਰੂ ਦੀ ਕਦੀ ਬਣਦੀ, ਨਾ ਗੁਰੂ ਦੇ ਗੁਰੂ ਸਿੱਖਾਂ ਦੀ ਨਿੰਦਿਆ ਕਰਨੀ ਚਾਹੀਦੀ ਹੈ। ਹੁਣ ਸੰਗਤ ਜੀ ਗੁਰਸਿੱਖਾਂ ਦੇ ਆਪੋ ਆਪਣੇ ਸੁਭਾਅ ਨੇ। ਸੰਤ ਸਮੂਹ ਅਨੇਕ ਮਤੀ, ਕਿਸੇ ਦਾ ਕਿਸ ਪ੍ਰਕਾਰ, ਕਿਸੇ ਦਾ ਕਿਸ ਪ੍ਰਕਾਰ, ਪਰ ਗੁਰਮਤਿ ਅਨੁਸਾਰ ਜਿਹੜੇ ਗੁਰਸਿੱਖ ਬਣੇ ਨੇ, ਉਹਨਾਂ ਦੀ ਕਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜਿਵੇਂ ਜਿਵੇਂ ਕਿਸੇ ਨੂੰ ਵਾਹਿਗੁਰੂ ਦੇ ਨਾਲ ਪ੍ਰੇਮ ਹੈ, ਉਵੇਂ ਉਵੇਂ ਗੁਰਮਤਿ ਦੇ ਅਨੁਸਾਰ ਪ੍ਰੇਮ ਰੱਖਦੇ ਨੇ ਗੁਰਸਿੱਖ। ਨਾ ਤੇ ਗੁਰੂ ਦੇ ਸਿੱਖ ਦੀ ਕਦੀ ਨਿੰਦਿਆ ਕਰਨੀ ਚਾਹੀਦੀ ਹੈ, ਨਾ ਤੇ ਗੁਰੂ ਦੀ ਨਿੰਦਿਆ ਕਰਨੀ। ਕਿਉਂਕਿ ਜੇ ਗੁਰੂ ਦੀ ਨਿੰਦਿਆ ਕਰਾਂਗੇ, ਫਿਰ ਗੁਰਸਿੱਖਾਂ ਦਾ ਕੀ ਕਰਮ ਹੈ? ਗੁਰ ਕੀ ਨਿੰਦਾ ਨਾ ਸੁਣੈ ਨਾ ਕਾਮ। ਗੁਰੂ ਦੀ ਨਿੰਦਿਆ ਤੇ ਗੁਰਸਿੱਖਾ ਉਹਦੇ ਕੰਨਾਂ ਦੇ ਨਾਲ ਕਦੀ ਸੁਣਦੇ ਹੀ ਨਹੀਂ। ਹੋਵੇ ਗੁਰਸਿੱਖ ਸਹੀ, ਜੇ ਕੋਈ ਗੁਰੂ ਦੀ ਨਿੰਦਿਆ ਕਰ ਦੇਵੇ ਨਾ, ਗੁਰਸਿੱਖ ਨੂੰ ਵਿਰਾਗ ਹੀ ਇੰਨਾ ਆ ਜਾਂਦਾ, ਵਿਰਾਗ ਦੇ ਵਿੱਚ ਫਿਰ ਵੀਰ ਰਸ ਪ੍ਰਗਟ ਹੁੰਦਾ ਸੰਗਤ ਜੀ। ਫਿਰ ਨਹੀਂ ਵੇਖਦਾ ਕੌਣ ਹੈ ਕੌਣ ਨਹੀਂ, ਫਿਰ ਤੇ ਗੁਰਸਿੱਖ ਨੂੰ ਦੰਦਾਂ ਦੇ ਰਿਚਨੀਆਂ ਆ ਜਾਂਦੀਆਂ, ਮੂੰਹ 'ਤੇ ਤਰੇਲੀ ਆ ਜਾਂਦੀ, ਇਹਨੇ ਮੇਰੇ ਗੁਰੂ ਬਾਰੇ ਬੋਲਿਆ ਤੇ ਬੋਲਿਆ ਕਿਵੇਂ। ਜੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਜੀ ਗੁਰੂ ਮੰਨਣਾ, ਫਿਰ ਤੇ ਸਿੱਧੇ ਹੋ ਕੇ ਚੱਲਣਾ ਪਵੇਗਾ। ਇਹ ਨਹੀਂ ਕਿ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾੜਾ ਬੋਲੀ ਜਾਵੇ, ਬੇਅਦਬੀ ਕਰ ਦੇਵੇ, ਗੁਰੂ ਦੀ ਮਰਿਆਦਾ ਦੇ ਬੋਲ ਪਵੇ ਤੇ ਅਸੀਂ ਚੁੱਪ ਰਹਿ ਪਏ। ਚੁੱਪ ਰਹਿਣਾ ਜਦੋਂ ਕੋਈ ਸਾਨੂੰ ਮਾੜਾ ਆਖੇ, ਉਦੋਂ ਨਿਮਰਤਾ ਪ੍ਰਗਟ ਹੋਣੀ ਹੈ। ਕਿ ਸਾਨੂੰ ਕੋਈ ਗਾਲਾਂ ਕੱਢ ਦੇਵੇ, ਕੋਈ ਮਾੜਾ ਵਚਨ ਬੋਲ ਦੇਵੇ, ਉਦੋਂ ਚੁੱਪ ਰਹਿਣਾ ਸੰਗਤ ਜੀ, ਉਹ ਮਰਿਆਦਾ 'ਚ, ਉਹਨੂੰ ਕਹਿੰਦੇ ਨੇ ਨਿਮਰਤਾ। ਪਰ ਜੇ ਕੋਈ ਗੁਰੂ ਦੇ ਉਲਟ ਬੋਲ ਪਵੇ, ਗੁਰੂ ਨੂੰ ਮਾੜਾ ਕਹਿ ਦੇ, ਫਿਰ ਸੰਗਤ ਜੀ ਗੁਰਸਿੱਖ ਦਾ ਫਰਜ਼ ਨਹੀਂ ਕਿ ਗੁਰੂ ਦਾ ਸਿੱਖ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦੇ ਸਾਹਮਣੇ ਬੇਅਦਬੀ ਹੋ ਜਾਵੇ ਅਤੇ ਕਵੇ ਕਿ ਸਾਡੇ 'ਚ ਨਿਮਰਤਾ ਹੀ ਬੜੀ ਜ਼ਿਆਦੀ। ਇਹ ਨਿਮਰਤਾ ਨਹੀਂ ਸੰਗਤ ਜੀ, ਇਹ ਤਾਂ ਫਿਰ ਗੁਰਸਿੱਖ ਹੋਣ 'ਤੇ ਹੀ ਲਾਹਨਤ ਹੈ। ਇਸ ਕਰਕੇ ਜਿਨਨੇ ਸਾਰਾ ਕੁਝ ਦਿੱਤਾ, ਉਹਨੂੰ ਤਾਂ ਸੋਭਾ ਕਰਨੀ ਬਣਦੀ, ਉਹਦੀ ਤਾਂ ਇੱਜ਼ਤ ਰੱਖਣੀ ਚਾਹੀਦੀ ਹੈ। ਕਦੀ ਇਹ ਨਹੀਂ ਕਰਨਾ ਚਾਹੀਦਾ
कि कोई नहीं, गुरु ग्रंथ साहिब जी सारा कुछ वेखते ही ने, जो ਹੁੰਦਾ ਉਹਦੇ ਭਾਣੇ 'ਚ ਹੁੰਦਾ। ਇਹ ਤੇ ਸੰਗਤ ਜੀ ਪਤਾ ਹੈ ਭਾਣੇ 'ਚ ਹੈ, ਪਰ ਸਾਡਾ ਕੀ ਫਰਜ਼ ਹੈ ਗੁਰਸਿੱਖਾਂ ਦਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਵੇ, ਮਹਾਰਾਜ ਸਾਹਿਬ ਜੀ ਨੂੰ ਕੋਈ ਮਾੜਾ ਬੋਲ ਪਵੇ ਤੇ ਗੁਰਸਿੱਖ ਕਵੇ ਕੋਈ ਨਹੀਂ, ਉਹਦੇ ਭਾਣੇ ਜੋ ਬੋਲੂ ਭਰੂਗਾ। ਇਹ ਸੰਗਤ ਜੀ ਗੁਰਸਿੱਖ ਦਾ ਫਰਜ਼ ਨਹੀਂ। ਬਾਕੀ ਆਪੋ ਆਪਣੀਆਂ ਮੱਤਾਂ ਨੇ, ਜਿਵੇਂ ਕੋਈ ਸਮਝੀ ਜਾਵੇ, ਪਰ ਗੁਰਮਤ ਦਾ ਸਿਧਾਂਤ ਹੈ, ਜਿੰਨੇ ਗੁਰੂ ਨੇ ਸਾਰਾ ਕੁਝ ਦਿੱਤਾ ਉਹਦੀ ਤੇ ਸੋਭਾ ਕਰਨੀ ਬਣਦੀ ਹੈ। ਮੂੰਹ ਦੇ ਨਾਲ ਸੋਭਾ ਕਰਨੀ ਬਣਦੀ ਹੈ, ਕੰਨਾਂ ਦੇ ਨਾਲ ਹੀ ਸੋਭਾ ਸੁਣਨੀ ਬਣਦੀ ਹੈ। ਇਸ ਕਰਕੇ ਗੁਰੂ ਦੀ ਨਿੰਦਿਆ ਜਦੋਂ ਵੀ ਕੋਈ ਕਰਦਾ ਉਹਨੂੰ ਤੇ ਡੱਕ ਦਿਓ, ਜਾਂ ਫਿਰ ਆਪ ਪਰੇ ਹੋ ਜੇ ਨੇ ਜੋਗੇ ਨਹੀਂ। ਕਿਉਂਕਿ ਗੁਰੂ ਦੀ ਨਿੰਦਾ ਤੇ ਸੰਗਤ ਜੀ ਕੰਨਾਂ ਦੇ ਨਾਲ ਸੁਣਨੀ ਨਹੀਂ ਚਾਹੀਦੀ। ਉਹਨੂੰ ਵਰਜੋ ਭਾਈ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹਨੂੰ ਕਦੇ ਮਾੜਾ ਨਹੀਂ ਬੋਲਣਾ। ਸਾਡੇ ਪਿਤਾ ਪਰਮੇਸ਼ਰ ਹਨ, ਇਸ ਕਰਕੇ ਐਸੇ ਗੁਰੂ ਦੀ ਸੋਭਾ ਕਰਨੀ ਬਣਦੀ ਹੈ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਕਿਉਂਕਿ ਕਦੀ ਵੀ ਸੰਗਤ ਜੀ ਖਸਮ ਦੇ ਦਰ ਆ ਕੇ ਹੁਕਮ ਨਹੀਂ ਚੱਲਦਾ। ਅੱਜ ਤੱਕ ਕੋਈ ਨਹੀਂ ਵੇਖਿਆ ਜਿਹੜਾ ਖਸਮ ਨੂੰ ਹੁਕਮ ਕਰਦਾ ਹੋਵੇ। ਸਾਰੇ ਅਰਦਾਸਾਂ ਹੀ ਕਰਦੇ ਨੇ ਕਿ ਮਹਾਰਾਜ ਸਾਹਿਬ ਜੀ ਜੋ ਦਿੱਤਾ ਆਪ ਜੀ ਨੇ ਦਿੱਤਾ, ਸਾਡਾ ਕੀ। ਜੇ ਕੋਈ ਹੁਕਮ ਕਰਦਾ ਹੈ, ਹੁਕਮ ਦੀ ਬਾਬਤ ਫਿਰ ਸੰਗਤ ਜੀ ਆਪ ਨੇ ਸਰਵਣ ਕੀਤਾ ਹੀ ਹੈ ਕਿ ਕਿੰਨੀ ਜ਼ਿਆਦਾ ਸ਼ਰਮਿੰਦਗੀ ਲੋਕ ਪਰਲੋਕ ਦੇ ਵਿੱਚ ਸਹਿਣੀ ਪੈਂਦੀ ਹੈ। ਇਸ ਕਰਕੇ ਨਾਨਕ ਨਾਮ ਦੀ ਮੋਹਰ ਲਾ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਿ ਇਹ ਤੇ ਮਹਾਰਾਜ ਸਾਹਿਬ ਜੀ ਨੇ ਨਾਲ ਹੀ ਲਿਖਤਾ, ਗੁਰਸਿੱਖੋ ਹੁਕਮ ਦੇ ਵਿੱਚ ਚੱਲੋਗੇ ਤੇ ਚੰਗੇ ਰਹੋਗੇ। ਜੇ ਕਿਤੇ ਖਸਮ ਤੋਂ ਉਲਟ ਹੋਏ ਤੇ ਫਿਰ ਜੂਨਾਂ ਦੇ ਚੱਕਰਾਂ ਵਿੱਚ ਪੈ ਜਾਓਗੇ। ਇਸ ਕਰਕੇ ਸੰਗਤ ਜੀ ਆਪ ਸਾਰੇ ਆਏ ਹੋ, ਧੰਨਵਾਦੀ ਹੋ, ਵਡਭਾਗੀ ਹੋ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕੀਤੀ, ਗੁਰੂ ਨਾਨਕ ਦੇ ਸਿੱਖ ਹੋਣ ਦਾ ਮਾਣ ਪ੍ਰਾਪਤ ਕੀਤਾ। ਸਾਰਿਆਂ ਦਾ ਧੰਨਵਾਦ, ਵਡਭਾਗੀ ਹੋ। ਆਪ ਜੀ ਦੇ ਲੋਕ ਤੇ ਪ੍ਰਲੋਕ ਸੁਹੇਲੇ ਹਨ। ਹੁਣ ਸਤਿਗੁਰੂ ਜੀ ਆਪੇ ਹੀ ਕਿਰਪਾ ਕਰਨਗੇ। ਜਿਹੜਾ ਮਹਾਰਾਜ ਸਾਹਿਬ ਨੇ ਸਿਲੈਕਟ ਕਰੀ ਜਾਣਾ, ਹੌਲੀ ਹੌਲੀ ਸੰਗਤ ਜੀ ਹੌਲੀ ਹੌਲੀ ਸਾਰਿਆਂ ਸੱਚਖੰਡ ਪਹੁੰਚ ਜਾਣਾ। ਕਿਰਪਾ ਮੇਰਾਮ ਕਰਦੀ ਨੇ, ਸਾਰਿਆਂ ਨੂੰ ਸੱਚਖੰਡ ਵਾਲੀ ਅਵਸਥਾ ਪ੍ਰਾਪਤ ਹੋ ਜਾਣੀ ਹੈ। ਜਪਜੀ ਸਾਹਿਬ 'ਚ ਆਪ ਨੇ ਸਰਵਣ ਕੀਤਾ ਸੀ ਨਾ ਕਿ ਸੱਚਖੰਡ ਵਸੈ ਨਿਰੰਕਾਰ। ਉਹ ਜਿੱਥੇ ਨਿਰੰਕਾਰ ਦਾ ਵਾਸਾ ਸੰਗਤ ਜੀ ਸਾਰਿਆਂ ਨੇ ਉੱਥੇ ਹੀ ਹੌਲੀ ਹੌਲੀ ਪਹੁੰਚਣਾ ਹੈ। ਇਸ ਕਰਕੇ ਜ਼ਰੂਰੀ ਨਹੀਂ ਕੋਈ ਮਰ ਕੇ ਹੀ ਜਾਂਦਾ। ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਪਹਿਲੋਂ ਵੀ ਜਾਂਦੇ ਨੇ। ਸੱਚਖੰਡ ਦੀ ਪ੍ਰਾਪਤੀ ਇਹ ਅਵਸਥਾ ਹੈ ਜਪਜੀ ਸਾਹਿਬ ਦੇ ਵਿੱਚ ਸਭ ਤੋਂ ਸਿਰਮੌਰ ਸੱਚਖੰਡ ਦੀ ਅਵਸਥਾ ਮੰਨੀ। ਇਸ ਕਰਕੇ ਸਾਰਿਆਂ ਦਾ ਧੰਨਵਾਦ। ਜੁੜੇ ਰਹੋ ਗੁਰੂ ਨਾਨਕ ਦੇ ਦਰ ਭਾਈ। ਸਾਰਿਆਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਜੀ ਆਪੇ ਕਿਰਪਾ ਮਿਹਰਾਮਤ ਕਰਨਗੇ। ਜਦੋਂ ਗੁਰਸਿੱਖ ਸੰਗਤ ਜੀ ਅਰਦਾਸ ਕਰਦੇ ਨੇ, ਕੋਈ ਸ਼ਬਦ ਬੋਲਦੇ ਨੇ ਸਾਂਝੇ, ਜਦੋਂ ਹੁਕਮਨਾਮਾ ਸਾਹਿਬ ਲਈਦਾ ਹੈ, ਸਾਰੇ ਸੰਗਤ ਜੀ ਨਾਲ ਬੋਲਿਆ ਕਰੋ। ਇਹਦੇ ਨਾਲ ਉਤਸ਼ਾਹ ਵੱਧਦਾ। ਜਿਨ੍ਹਾਂ ਨੂੰ ਸ਼ਬਦ ਆਉਂਦੇ ਨੇ ਨਾ, ਉੱਚੀ ਉੱਚੀ ਬੋਲਿਆ ਕਰੋ। ਇੱਥੇ ਕੋਈ ਸ਼ਰਮ ਨਹੀਂ। ਗੁਰੂ ਨਾਨਕ ਦੇ ਘਰ ਆਇਓ ਪੜ੍ਹਨ ਸੁਣਨ ਕੋ ਬਾਣੀ। ਅਸੀਂ ਤੇ ਪੜ੍ਹਨ ਤੇ ਸੁਣਨ ਵਾਸਤੇ ਗੁਰਬਾਣੀ ਆਏ ਹਾਂ। ਇਸ ਕਰਕੇ ਸੰਗਤ ਜੀ ਜਿੰਨਾ ਮਰਜ਼ੀ ਕੋਈ ਉੱਚੀ ਬੋਲੋ, ਕੋਈ ਚੱਕਰ ਨਹੀਂ। ਗੁਰਬਾਣੀ ਗਾਵਹੁ ਭਾਈ, ਉਹ ਸਫਲ ਸਦਾ ਸੁਖਦਾਈ। ਕਿਉਂਕਿ ਜਦੋਂ ਗਾਉਣੀ ਹੈ ਉਦੋਂ ਤੇ ਉੱਚੀ ਗਾਇਨ ਹੁੰਦਾ ਹੈ। ਕਦੀ ਧੀਮੀ ਆਵਾਜ਼ ਦੇ ਵਿੱਚ, ਥੋੜ੍ਹੀ ਆਵਾਜ਼ ਦੇ ਵਿੱਚ ਗੁਰਬਾਣੀ ਗਾਇਨ ਨਹੀਂ ਹੋ ਸਕਦੀ। ਇਸ ਕਰਕੇ ਉੱਚੀ ਉੱਚੀ ਸਾਰੇ ਗੁਰਬਾਣੀ ਪੜ੍ਹਿਆ ਕਰੋ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ
अपरंपर हर हरे है पी भुवनहार। हे संत कै सदा संग निधारा आधार। हे ठाकुर हौ दासरु मैं निर्गुण गुण नहीं कोय। नानक दीजै नाम दान राखौ हियै परोय। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो उतरे पार। जो सरदा कर सेवंगे गुर पार उतारन हार। तथा निता प्रत होत है सुनहो सो सिंह सुजान। नानक गुरु गोविंद सिंह जी करै सदा कल्याण। नानक गुरु गोविंद सिंह जी करै सदा कल्याण।